सच बोलना पाप तो नहीं है ना। हिम्मत रखदा सच बोलन की, कोई परवाह नहीं है। किन्ने साल होर रह गए, 2-4 साल 5 साल, की फर्क पैंदा भी। तुहाडा गुरु, तुसीं पंथ दे वारिस हो, तुसीं श्रोमणी अकाली दल हो, तुहाडा गुरु चोरी होया, तुसीं आराम नाल शराबां पी रहे जे, फीमां खा रहे जे, अय्याशियां कर रहे जे, तुहानूं आपदे गुरु दा कोई परवाह नहीं हैगी। डेरा सेवक ने जदों ये धरने मारदे ने, इन्हां ने इन्ने सिखां नूं उत्थे कुੱਟਿਆ, बठिंडे एरा वगैरह, उत्थे कोई गोली नहीं चली। जदों अछूतोष दे बंदे साडे गल पए, उदों कोई गोली नहीं चली। जदों सिख जांदे ने, गोलियां मारदे ने। मारदे कौन ने? सिख दी सो काड पंथक सरकार। सिख नूं कदी समझ ही नहीं आई कि सिख पंथ दा बहुत वड्डा गदार है। हुण सब कुछ लुटा के होश में आए तो क्या हुआ? जब सब कुछ लुटिया गया, अजे भी होश च नहीं आए। अजे भी देखो गल च किरपानां पाईआं होईआं, खट्टियां पग्गां बनीआं होईआं, बोले जो सो निहाल सत श्री अकाल सुखबीर बादल दे पिछे पिछे तुरे फिरदे। जदों इन्हां ने गुरु ग्रंथ साहब, जिहड़ा गुरु गोबिंद साहब ने अपने हत्थ नाल लिखिआ, दस्खत कीते सी, सर्टिफिकेट कीता सी गुरु गोबिंद सिंह जी ने, वो जदों सरੂਪ ਵੇਚਤਾ जाके कनेडा। मतलब सिखां नूं मैं ये कह रहा कि अपने आप नूं कहंदे ने असीं बड़े गुरु दे हां, ते असीं बड़े पंथ हां, ते असीं बड़े बहादुर हां, ते असीं बड़े ਉਹ हां। ਤੇ ਫਿਰ ਤੁਹਾਨੂੰ ਅਕਲ ਨਾਲ ਤੁਸੀਂ ਕੰਮ ਕਿਉਂ ਨਹੀਂ ਕਰਦੇ? ਤੁਹਾਨੂੰ ਅਕਲ ਕਦੋਂ ਆਏਗੀ? ਮੈਨੂੰ ਇਸ ਗੱਲ ਦਾ ਜਵਾਬ ਦਿਓ ਸਿੱਖੋ, ਤੁਹਾਨੂੰ ਅਕਲ ਕਦੋਂ ਆਏਗੀ? ਸਭ ਕੁਝ ਤਾਂ ਤੁਸੀਂ ਲਟਾ ਬੈਠੇ ਜੇ। ਤੁਹਾਡੇ ਤੋਸ਼ੇਖਾਨੇ 'ਚ ਕੋਈ ਸਮਾਨ ਹੈਗਾ ਕਿ ਨਹੀਂ ਹੈਗਾ, ਤੁਹਾਨੂੰ ਪਤਾ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਹੈ ਕਿ ਨਹੀਂ ਹੈਗੀ, ਹੀਰੇ ਜਵਾਹਰਾਤ ਹੈ ਕਿ ਨਹੀਂ ਹੈਗੇ, ਯੂ ਡੋਂਟ ਨੋ। ਜਿਹੜੇ ਬੰਦਾ ਸਿੱਖੀ ਨੂੰ ਵੇਚਣ ਵਾਸਤੇ ਲੱਗਿਆ ਹੋਇਆ ਤੇ ਸਿੱਖਾਂ ਦਾ ਘਾਣ ਕਰਨ ਵਾਸਤੇ ਲੱਗਿਆ ਹੋਇਆ, ਸਿੱਖੀ ਨੂੰ ਖਤਮ ਕਰਨ ਤੇ ਲੱਗਿਆ ਹੋਇਆ, ਸਿੱਖਾਂ ਨੂੰ ਬ੍ਰਾਹਮਣਵਾਦ 'ਚ ਵਾਪਸ ਲਿਆਉਣ ਤੇ ਲੱਗਿਆ ਹੋਇਆ, ਫਿਰ ਤੁਸੀਂ ਚਮਚੇ ਬਣ ਕੇ ਉਹਨਾਂ ਦੇ ਪਿੱਛੇ ਕਿਵੇਂ ਲੱਗਦੇ ਜੇ? ਤੁਸੀਂ ਤਾਂ ਉਹਨਾਂ ਦੇ ਨਾਲ ਹੀ ਜੇ ਬਾਦਲਾਂ ਨੂੰ 14 ਸੀਟਾਂ ਮਿਲੀਆਂ, 12 ਸੀਟਾਂ ਮਿਲੀਆਂ, ਉਹ ਹਾਰ ਗਏ। ਹੁਣ ਤੁਹਾਨੂੰ ਪਤਾ ਲੱਗਿਆ, ਹੁਣ ਬਾਦਲ ਗਏ, ਹੁਣ ਚੁੱਕ ਕੇ ਟੱਪੂ ਸੀ, ਹੁਣ ਕਹਿੰਦੇ ਜੀ ਸਾਡਾ ਕਿਹੜਾ ਦਲ ਹੈ, ਸਾਡਾ ਪੰਥਕ ਪਤਾ ਨਹੀਂ ਕਿਹੜਾ ਦਲ ਰੱਖ ਲਿਆ, ਟਕਸਾਲੀ ਅਕਾਲੀ ਦਲ, ਟਕਸਾਲੀ। ਸਾਰੀ ਉਮਰ ਤੁਸੀਂ ਉਹਨਾਂ ਦੀਆਂ ਰੋਟੀਆਂ ਤਲੀਆਂ ਚੱਟਦੇ ਰਹੇ ਤੇ ਹੁਣ ਬਣ ਗਏ ਟਕਸਾਲੀ। ਹੁਣ ਅਮਰਿੰਦਰ ਸਿੰਘ ਛਾਲਾਂ ਮਾਰਦਾ ਫਿਰਦਾ। 2022 'ਚ ਮੈਂ ਰਿਪੀਟ ਕਰਾਂਗਾ, ਬਈ ਤੂੰ ਕੀਤਾ ਕੀ ਹੈ? ਤੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਦਵਾ ਸਕਿਆ ਸਿੱਖ ਕੌਮ ਨੂੰ। ਤੂੰ ਪੰਜਾਬ ਦੇ ਛਣਕਣੇ ਨਹੀਂ ਖੜਕਾ ਸਕਿਆ। ਤੂੰ ਪੰਜਾਬ ਦਾ ਕਿਤੇ ਇੱਕ ਵੱਟ ਨਹੀਂ ਬੰਨੀ, ਕਿਤੇ ਨੱਕਾ ਨਹੀਂ ਲਾਇਆ ਸਾਰੇ ਪੰਜਾਬ 'ਚ। ਤੂੰ ਕੀਤਾ ਕੀ ਜਿਹੜਾ ਤੂੰ ਦੁਬਾਰਾ 2022 ਨੂੰ ਆਉਣਾ ਚਾਹੁੰਦਾ? ਇਸ਼ੂ ਬਣਾ ਕੇ ਦੋ ਇੱਧਰ ਹੋ ਜਾਂਦੇ ਨੇ, ਦੋ ਇੱਧਰ ਹੋ ਜਾਂਦੇ ਨੇ। TV ਚੈਨਲ ਇਹਨਾਂ ਦੇ, ਉਹਨਾਂ 'ਤੇ ਡਿਬੇਟਾਂ ਕਰਦੇ ਨੇ। ਡਿਬੇਟਾਂ ਕਰਕੇ ਲੋਕੀ ਵਿਚਾਰੇ ਦੇਖਦੇ ਰਹਿੰਦੇ, ਹਾਂ ਇਹਨੇ ਠੀਕ ਹੈ, ਇਹਨੇ ਠੀਕ ਹੈ। ਉਹ ਸਾਰੇ ਇੱਕੇ ਚੱਕੇ ਇਕੱਠੇ ਨੇ, ਕੋਈ ਇਹਨਾਂ ਤੋਂ ਲੱਗ ਨਹੀਂ ਹੈਗਾ। ਇਹਨਾਂ ਤੋਂ ਕਿਸੇ ਨੇ ਬੇਵਕੂਫ ਨਹੀਂ ਬਣਨਾ। ਜੇ 2022 ਦੇ ਵਿੱਚ ਵੀ ਆਪਾਂ ਨਹੀਂ ਉੱਠ ਕੇ ਖੜੇ ਹੋਏ, ਪੰਜਾਬ ਤੇ ਪੰਜਾਬੀਅਤ ਨੂੰ ਆਪਾਂ ਨਹੀਂ ਬੁਲਾਉਂਦੇ, ਤੇ ਫਿਰ ਪਾਣੀ ਸਿਰਾਂ ਤੋਂ ਲੰਘ ਜੂਗਾ। ਪੰਜਾਬ ਮੁੜ ਕੇ ਮੁਰਦਾ ਪੰਜਾਬ ਹੋਏਗਾ। ਉੱਠਦਾ ਪੰਜਾਬ ਨਹੀਂ ਹੋਏਗਾ, ਮੁਰਦਾ ਪੰਜਾਬ ਹੋਏਗਾ। ਹੁਣ ਤੁਸੀਂ ਕਹਿੰਦੇ ਉਹਦਾ ਕੋਲ ਸਬੂਤ ਨਹੀਂ ਮਿਲਿਆ, ਸਬੂਤ ਛਣਕਣਾ ਮਿਲੂਗਾ। ਤੁਸੀਂ ਤਾਂ ਫਾਇਰਿੰਗ ਦਾ ਕੇਸ ਲੈ ਕੇ ਬੈਠੇ ਹੋਏ ਜੇ। ਫਾਇਰਿੰਗ ਹੋਈ ਕਿਉਂ? ਜੇ ਬੇਅਦਬੀ ਨਾ ਹੁੰਦੀ, ਫਾਇਰਿੰਗ ਨਾ ਹੁੰਦੀ। ਅਰੇ ਥੱਲੋਂ ਚੱਲੋ ਨਾ। ਕਹਿੰਦੇ ਮੇਰੇ ਪੋਤੇ ਨੂੰ ਵੀ ਈਡੀ ਆ ਗਈ, ਮੇਰੀ ਪੋਤੀ ਤੇ ਵੀ ਈਡੀ ਆ ਗਈ, ਛਣਕਣਾ ਆ ਗਈ ਈਡੀ। ਫਿਰ ਗਈ ਕਿੱਥੇ ਈਡੀ? ਇਹ ਤਾਂ ਸਾਰੇ ਡਰਾਮੇ ਨੇ। ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਹੁਣ ਇੱਕ ਹੋਰ ਸ਼ੜਯੰਤਰ ਚੱਲਦਾ ਹੋਣਾ ਇੰਟੈਲੀਜੈਂਸ ਏਜੰਸੀਆਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਅੱਗੇ ਲਾ ਕੇ, ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸ਼ਹਿਰ 'ਚ ਪੈਦਾ ਹੋਇਆ, ਜਿੱਥੇ ਉਹ ਪੈਦਾ ਉੱਥੇ ਮੈਂ ਪੈਦਾ ਹੋਇਆ। ਉਹ ਮਾफ़ ਕਰੋ ਯਾਰ, ਸਾਨੂੰ ਕੋਈ ਮਾਈ ਦੇ ਲਾਲ 'ਚ ਹਿੰਮਤ ਆ ਮੇਰੇ ਤੋਂ ਸਵਾਲ ਕਰਨ ਦੀ ਕਰੇ? ਫਿਰ ਮੈਂ ਸਾਰੇ ਪੋਤੜੇ ਖੋਲ੍ਹ ਦਿਆਂਗਾ ਇਹਨਾਂ ਦੇ। ਹੁਣ ਥੋੜ੍ਹੇ ਖੋਲ੍ਹ ਰਿਹਾ। ਮੈਨੂੰ ਵੀ 40 ਸਾਲ ਹੋ ਗਏ ਇਹਨਾਂ ਨਾਲ ਹੀ। ਇਹਨਾਂ ਦੀ ਹਿਸਟਰੀ ਜੋਗਰਾਫੀ ਪੋਤੜੇ ਵੀ ਮੈਨੂੰ ਪਤਾ ਨੇ ਕਿ ਪੰਜਾਬ ਨੂੰ ਮਾਰਨਾ ਜੇ, ਪੰਜਾਬ ਨੂੰ ਖਤਮ ਕਰਨਾ ਜੇ, ਪੰਜਾਬ ਨੂੰ ਨਹਿਰ ਦਰਿਆ 'ਚ ਸੁੱਟਣਾ ਜੇ, ਕਿ ਪੰਜਾਬ ਨੂੰ ਉਸ ਤੋਂ ਬਾਹਰ ਲਿਆਉਣਾ ਜੇ। ਅਜੇ ਸਾਡੇ ਕੋਲ ਬੜੇ ਵੱਡੇ ਖੁਲਾਸੇ ਅਜੇ ਪਏ ਨੇ, ਕਰਾਂਗੇ, ਕੋਈ ਚਿੰਤਾ ਨਹੀਂ। ਅੱਜ ਕੋਟਕਪੂਰਾ ਬੱਤੀਆਂ ਵਾਲੇ ਚੌਂਕ ਦੇ ਉੱਤੇ ਜੋ ਜੱਜਮੈਂਟ ਦੀ ਕਾਪੀ ਆਈ ਸੀ, ਉਸ ਨੂੰ ਵੀ ਸਾੜਿਆ ਗਿਆ ਕਿ ਉਹ ਜੱਜਮੈਂਟ ਦੇ ਰਾਹੀਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਕੋਰਟ ਨੇ ਵੀ ਕਹਿਤਾ ਸੀ ਕਿ ਹੁਣ ਸਭ ਕੁਝ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ, SIT ਨਵੀਂ ਬਣਾਈ ਜਾਵੇਗੀ। ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇੱਕ ਲੰਮਾ ਦੌਰ ਰਿਹਾ, ਆਪਾਂ ਜੇ 2007 ਦੀ ਗੱਲ ਕਰੀਏ, ਰਾਮ ਰਹੀਮ ਖਿਲਾਫ ਵੀ ਉਦੋਂ ਸਿੱਖਾਂ ਵੱਲੋਂ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਸਵਾਗਤ 'ਚ ਆਇਆ ਜਾਂਦਾ। ਲੰਮਾ ਇੱਕ ਦੌਰ ਰਿਹਾ। ਉਸ ਤੋਂ ਬਾਅਦ ਫਿਲਮ ਨੂੰ ਲੈ ਕੇ, MSG ਫਿਲਮ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਰਿਹਾ। ਉਸ ਤੋਂ ਬਾਅਦ ਬਰਗਾੜੀ ਕਾਂਡ ਹੁੰਦਾ, ਬਾਈਬਲ ਕਾਂਡ ਹੁੰਦਾ। ਇਸ ਨੂੰ ਲੈ ਕੇ ਕਾਫੀ ਰੋਸ ਰਿਹਾ, ਪਰ ਕਿਤੇ ਵੀ ਇਨਸਾਫ ਨਹੀਂ ਮਿਲਿਆ। ਆਪਣੀਆਂ ਵੋਟਾਂ ਦੇ ਵਾਸਤੇ ਸਾਰੀ ਹੀ ਰਾਜਨੀਤਿਕ ਪਾਰਟੀਆਂ ਨੇ ਰੋਟੀਆਂ ਸੇਕੀਆਂ ਨੇ, ਪਰ ਇਨਸਾਫ ਫਿਰ ਕਿਤੇ ਨਹੀਂ ਮਿਲਿਆ। ਇਸ ਉੱਪਰ ਚਰਚਾ ਕਰਾਂਗੇ। ਇਸ ਸਮੇਂ ਮੁੱਦਾ ਭਖਿਆ ਕਿਉਂ ਹੋਇਆ ਹੈ? ਕਾਂਗਰਸ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਿਹੜੇ 2 ਮੰਤਰੀ ਨੇ ਉਹ ਵੀ ਅਸਤੀਫਾ ਦੇ ਚੁੱਕੇ ਨੇ ਤੇ ਇੱਕ ਦੂਸਰੇ ਨੂੰ ਹੁਣ ਅੱਖਾਂ ਦਿਖਾਉਣ ਦੇ ਤੁਲੇ ਹੋਏ ਨੇ। ਇਹ ਰਾਜਨੀਤੀ ਤੰਤਰ ਹੁੰਦਾ ਕੀ ਹੈ? ਜੇ ਰਾਜਨੀਤੀ ਨੂੰ ਸਮਝਣਾ ਹੈ ਤਾਂ ਇਸ ਨੂੰ ਸੌਖੇ ਤਰੀਕੇ ਨਾਲ ਕਿਵੇਂ ਸਮਝਿਆ ਜਾ ਸਕਦਾ ਹੈ?
ਇਸ ਉੱਪਰ ਆਪਾਂ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਕੈਪਟਨ ਚੰਨਨ ਸਿੰਘ, ਜੋ ਕਿ ਕਾਫੀ ਲੰਮਾ ਤਜਰਬਾ ਰੱਖਦੇ ਨੇ ਰਾਜਨੀਤੀ ਵਿੱਚ। ਖਾਲਸਾ ਵਾਹਿਗੁਰੂ ਕੀ ਫਤਿਹ। ਵਿਜੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇ ਰਾਜਨੀਤੀ ਨੂੰ ਸਮਝਣਾ ਹੋਵੇ ਕਿ ਆਮ ਲੋਕ ਕੀ ਸਮਝ ਪਾਉਂਦੇ ਨੇ, ਬੇਅਦਬੀ ਦੀਆਂ ਘਟਨਾਵਾਂ ਹੋ ਗਈਆਂ, ਜੋ ਸਭ ਇਨਸਾਫ ਨਹੀਂ ਮਿਲਣਾ, ਕਿ ਵੋਟਾਂ ਦਾ ਸਾਰਾ ਸਿਲਸਿਲਾ ਹੁੰਦਾ ਵੀ ਸਿਆਸਤ ਵੋਟਾਂ ਲੈਣ ਲਈ ਕੁਝ ਵੀ ਕਰ ਸਕਦੀ ਹੈ। ਆਮ ਲੋਕਾਂ ਦੇ ਸਮਝਣਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ। ਜਿਹੜੇ ਸਮਝਦਾਰ ਨੇ ਉਹਨਾਂ ਵਾਸਤੇ ਵੀ ਸਮਝਣਾ ਬੜਾ ਮੁਸ਼ਕਲ ਹੈ ਕਿ ਰਾਜਨੀਤੀ ਜਿਹੜੀ ਹੈ ਕਿਵੇਂ ਕੰਮ ਕਰਦੀ ਹੈ, ਇਹ ਜੀਓ ਪੋਲਿਟਿਕਸ ਜਿਹੜੀ ਹੈ ਕਿਵੇਂ ਖੇਡੀ ਜਾਂਦੀ ਹੈ, ਕਿਵੇਂ ਮਤਲਬ ਮੇਨ ਹੈ ਵੋਟਾਂ ਲੈਣੀਆਂ। ਵੋਟ ਬੈਂਕ ਪੋਲਿਟਿਕਸ ਨੂੰ ਕਿਵੇਂ ਮੋਨੀਟਰ ਕਰਨਾ ਹੈ, ਕਿਵੇਂ ਉਹਨੂੰ ਚੇਂਜ ਕਰਨਾ ਹੈ, ਇਹਨੂੰ ਕਹਿੰਦੇ ਰਾਜਨੀਤੀ। ਔਰ ਅਨਫੋਰਚੂਨੇਟ ਪਾਰਟ ਇਹ ਹੋਇਆ ਕਿ 2007 ਤੋਂ ਹੀ ਲੈ ਕੇ ਜਦੋਂ ਸੱਚੇ ਸੌਦੇ ਵਾਲਾ ਸਾਧ ਗੁਰੂ ਸਾਹਿਬ ਦੀ ਅਟਾਇਰ ਪਾ ਕੇ ਤੇ ਅੰਮ੍ਰਿਤ ਛਕਾਉਂਦਾ, ਉਦੋਂ ਤੋਂ ਲੈ ਕੇ ਹੀ ਰਾਜਨੀਤੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਕਿਉਂ ਸ਼ੁਰੂ ਹੋਈ ਕਿ ਡੇਰੇ ਸੱਚੇ ਸੌਦੇ ਦਾ ਜਿਹੜਾ ਵੋਟ ਬੈਂਕ ਹੈ ਮਾਲਵੇ ਦੇ ਵਿੱਚ ਸਪੈਸ਼ਲੀ ਬਹੁਤ ਵੱਡਾ ਵੋਟ ਬੈਂਕ ਹੈ, ਉਹ 30-40 ਸੀਟਾਂ ਜਿਤਾਉਂਦੇ ਹਰਾਉਂਦੇ ਨੇ। ਉਹ ਵੋਟ ਬੈਂਕ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋਈ। ਔਰ ਇਹ ਰਾਜਨੀਤੀ ਜਿਹੜੀ ਸ਼ੁਰੂ ਹੋਈ ਤੇ ਪਹੁੰਚੀ ਕਿੱਥੇ? ਪਹੁੰਚੀ ਜਾ ਕੇ ਐਂਡ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਔਰ ਬਾਈਬਲ ਕਲਾਂ ਫਾਇਰਿੰਗ ਤੇ। ਔਰ ਇਹ ਕਿਵੇਂ ਹੋਇਆ ਸਿਲਸਿਲਾ? ਦੇਖੋ, ਬੇਅਦਬੀ 2007 'ਚ ਜਦੋਂ ਇਲੈਕਸ਼ਨਾਂ ਆਉਂਦੀਆਂ ਔਰ ਜਿਹੜਾ ਉਹਦਾ ਬਾਬੇ ਦੇ ਕੇਸ ਹੁੰਦਾ ਹੈ, ਉਹ ਪੁਲਿਸ ਤੋਂ ਕੇਸ ਜਿਹੜਾ ਉਹ ਕੈਂਸਲ ਕਰਾ ਦਿੱਤਾ ਜਾਂਦਾ ਜਸਟ ਟੂ ਵਿਨ ਓਵਰ ਹਿਜ਼ ਕੌਨਫੀਡੈਂਸ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਚਲੋ ਬਾਅਦ 'ਚ ਉਹਨੇ MSP ਫਿਲਮ ਬਣਾਈ। ਇਹ ਕੰਟੀਨਿਊਸਲੀ ਇਨ ਟੱਚ ਰਹੇ ਨੇ ਸੱਚੇ ਸੌਦੇ ਨਾਲ, ਕੰਟੀਨਿਊਸਲੀ ਇਨ ਟੱਚ, ਜਿਸ ਵੇ ਮਰਜ਼ੀ ਰਹੇ ਹੋਣ, ਕਿਉਂਕਿ ਇਹਨਾਂ ਨੂੰ ਉਹ ਵੋਟ ਬੈਂਕ ਉਹਨਾਂ ਦਾ ਚਾਹੀਦਾ ਹੀ ਚਾਹੀਦਾ ਸੀ। ਸਿੱਖ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਹੈਗਾ, ਉਹਨਾਂ ਨੂੰ ਕੋਈ ਗੁਰਦੁਆਰੇ ਨਾਲ ਨਹੀਂ ਹੈਗਾ, ਉਹਨਾਂ ਨੂੰ ਸਿਰਫ ਪਾਵਰ ਨਾਲ ਮਤਲਬ ਹੈ। ਮੈਂ ਤਾਂ ਇੱਥੋਂ ਤੱਕ ਸਮਝਦਾ ਕਿ ਮੈਂ ਤਾਂ ਇਹਨਾਂ ਨੂੰ ਸਿੱਖ ਹੀ ਨਹੀਂ ਸਮਝਦਾ। ਜਿਹੜੇ ਬੰਦੇ ਦੇਖੋ, ਜਦੋਂ ਗੁਰੂ ਗ੍ਰੰਥ ਸਾਹਿਬ 1 ਜੂਨ ਨੂੰ ਚੁੱਕੇ ਜਾਂਦੇ ਹੈ ਬੁਰਜ ਜਵਾਹਰ ਸਿੰਘ ਵਾਲੇ ਤੋਂ, ਔਰ ਉਦੋਂ ਅਕਾਲੀਆਂ ਦੀ ਸਰਕਾਰ ਹੈ, ਪ੍ਰਧਾਨ ਮੰਤਰੀ ਚੀਫ ਮਿਨਿਸਟਰ ਵੀ ਹੈ, ਹੋਮ ਮਿਨਿਸਟਰ ਵੀ ਹੈ, DGP ਵੀ ਇਹਨਾਂ ਦਾ। ਜੇ ਇਹਨਾਂ ਨੂੰ ਗੁਰੂ ਨਾਲ ਕੋਈ ਪਿਆਰ ਹੋਵੇ ਜਾਂ ਇਹਨਾਂ ਨੂੰ ਗੁਰੂ ਨਾਲ ਪਿਆਰ ਹੁੰਦਾ ਤੇ 24 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਲੱਭੇ ਜਾ ਸਕਦੇ ਸੀ। 24 ਘੰਟਿਆਂ 'ਚ ਇਹਨਾਂ ਨੂੰ ਪਤਾ ਸੀ ਕਿ ਚੁਕਵਾਏ ਕਿੰਨੇ ਨੇ, ਕਿਉਂਕਿ ਸਿਆਸਤ ਇਹਨਾਂ ਦੀ ਵਿੱਚ ਸੀ ਸਾਰੀ, ਚੁਕਾਉਣ ਦੇ ਵਿੱਚ ਵੀ ਇਹਨਾਂ ਦਾ ਹੱਥ ਸੀ। ਪਰ ਇਹਨਾਂ ਨੂੰ ਗੱਲ ਇੱਥੋਂ ਤੱਕ ਪਹੁੰਚੇਗੀ ਉਹ ਇਹਨਾਂ ਨੇ ਸ਼ਾਇਦ ਵਿਜ਼ੂਅਲਾਈਜ਼ ਨਹੀਂ ਸੀ ਕੀਤਾ। ਤੇ ਇਹ ਚਾਹੁੰਦੇ ਤੇ ਗੁਰੂ ਗ੍ਰੰਥ ਸਾਹਿਬ, ਜੇ ਇਹਨਾਂ ਨੂੰ ਕੋਈ ਸਤਿਕਾਰ ਸੀ ਗੁਰੂ ਗ੍ਰੰਥ ਸਾਹਿਬ ਦਾ, ਤੇ ਇਹ 24 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਰਿਕਵਰ ਕਰ ਸਕਦੇ ਸੀ। ਅਦਰ ਵੇ ਰਾਊਂਡ ਸਤੰਬਰ ਤੱਕ ਜਦ ਤੱਕ ਪੋਸਟਰ ਨਹੀਂ ਲਗਾਏ ਉਹਨਾਂ ਨੇ, ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਵੀ ਤੁਹਾਡਾ ਗੁਰੂ, ਤੁਸੀਂ ਪੰਥ ਦੇ ਵਾਰਿਸ ਹੋ, ਤੁਸੀਂ ਸ਼੍ਰੋਮਣੀ ਅਕਾਲੀ ਦਲ ਹੋ, ਤੁਹਾਡਾ ਗੁਰੂ ਚੋਰੀ ਹੋਇਆ, ਤੁਸੀਂ ਆਰਾਮ ਨਾਲ ਸ਼ਰਾਬਾਂ ਪੀ ਰਹੇ ਜੇ, ਫੀਮਾਂ ਖਾ ਰਹੇ ਜੇ, ਅਯਾਸ਼ੀਆਂ ਕਰ ਰਹੇ ਜੇ, ਤੁਹਾਨੂੰ ਆਪਦੇ ਗੁਰੂ ਦਾ ਕੋਈ ਪਰਵਾਹ ਨਹੀਂ ਹੈਗੀ। ਜਦੋਂ ਫਿਰ ਪੋਸਟਰ ਲੱਗਦੇ ਹੈ ਤੇ ਗੰਦੀ ਸ਼ਬਦਾਵਲੀ ਲਿਖੀ ਜਾਂਦੀ ਹੈ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਔਰ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਗੁਰੂ ਨੂੰ ਆਪਦੇ ਨੂੰ ਸਾਡੇ ਤੋਂ ਛੁਡਾ ਲਓ। ਉਸ ਦੇ ਬਾਵਜੂਦ ਵੀ ਦੇਖੋ ਸਰਕਾਰ, ਮੈਂ ਤਾਂ ਕਹਿੰਦਾ ਜੇ ਫਰੰਗੀਆਂ ਦੀ ਸਰਕਾਰ ਹੁੰਦੀ ਨਾ, ਅੰਗਰੇਜ਼ਾਂ ਦੀ, ਤਾਂ ਵੀ ਉਹਨਾਂ ਨੇ 24 ਘੰਟੇ ਰਿਕਵਰ ਕਰ, ਉਹਨੂੰ ਪਤਾ ਸਿੱਖ ਭੂਤ ਨੇ ਗੱਲ ਪੈ ਜਾਣਗੇ, ਮੁੜ ਕੇ ਉਤਰਨੇ ਨਹੀਂ। ਪਰ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ, ਇਹਨਾਂ ਨੇ ਕੋਈ ਉੱਥੇ ਐਕਸ਼ਨ ਨਹੀਂ ਲਿਆ। ਹੋਇਆ ਕੀ ਕਿ ਉਸ ਤੋਂ ਬਾਅਦ ਅਕਤੂਬਰ 'ਚ ਆ ਜਾਓ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੀਗੇ ਅੰਗ ਉਹ ਪਾੜ ਕੇ ਰੂੜੀਆਂ 'ਤੇ ਸੁੱਟਤੇ। ਇਹਨਾਂ ਨੂੰ ਫਿਰ ਵੀ ਕੋਈ ਐਕਸ਼ਨ ਨਹੀਂ ਹੋਇਆ। ਜਿਹੜੀ SIT ਦੀ ਟੀਮ, ਵੋਟਾਂ ਦਾ ਤੰਤਰ ਸੀ ਜਿਸ ਨੂੰ ਰਾਜਨੀਤੀ ਕਹਿੰਦੇ, ਵੋਟ ਤੰਤਰ ਕਹਿੰਦੇ। ਵੋਟ ਤੰਤਰ ਹੈ, ਸਰਕਾਰ ਬਣਾਉਣੀ ਹੈ। 2017 'ਚ ਕਿਉਂ ਅਸੀਂ ਸੱਚੇ ਸੌਦੇ ਦੀਆਂ ਵੋਟਾਂ ਖਰਾਬ ਕਰੀਏ? ਔਰ ਤੁਸੀਂ ਸਮਝ ਲਓ ਕਿ ਜਦੋਂ ਸਾਡੇ ਦੇਖੋ ਤਰਾਸਦੀ ਪਤਾ ਕੀ ਹੈ, ਇਹ ਜਿਹੜੀ ਪੰਥਕ ਸਰਕਾਰ ਹੈ ਜਾਂ ਇਹ ਪ੍ਰਕਾਸ਼ ਸਿੰਘ ਬਾਦਲ ਹੈ, ਇਹ ਇੰਟੈਲੀਜੈਂਸ ਏਜੰਸੀਆਂ ਦਾ ਬੰਦਾ ਹੈ, ਇਹ ਕੋਈ ਸਿੱਖ ਨਹੀਂ ਹੈਗਾ। ਸਿੱਖੀ ਇਹਦੇ 10 ਕਿਲੋਮੀਟਰ ਦੂਰੋਂ ਵੀ ਨਹੀਂ ਲੰਘਦੀ। ਇਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇੰਟੈਲੀਜੈਂਸ ਏਜੰਸੀਆਂ ਦੇ ਕਹਿਣ 'ਤੇ 78 ਦਾ ਵੀ ਕਾਂਡ ਇਹਨੇ ਕਰਵਾਇਆ। ਇਹ ਉੱਥੇ ਚੀਫ ਮਿਨਿਸਟਰ ਸੀਗਾ, ਸਰਕਟ ਹਾਊਸ 'ਚ ਬੈਠਾ ਗਿਆ ਸੀ, ਇਹਨੂੰ ਇੰਟੈਲੀਜੈਂਸ ਰਿਪੋਰਟ ਮਿਲੀ ਗਈ ਇੱਥੇ ਕਤਲੇਆਮ ਹੋਣ ਵਾਲਾ, ਇਹਨਾਂ ਨੂੰ ਆਪਾਂ ਨਾ ਪਰਮਿਸ਼ਨ ਦਈਏ। ਇਹਨੇ ਕਿਹਾ ਕੋਈ ਨਹੀਂ ਹੋਣ ਦਿਓ। 13 ਸਿੰਘ ਸ਼ਹੀਦ ਹੋ ਗਏ। ਫਿਰ ਉਹਨੂੰ ਸਾਧ ਨੂੰ ਇਹਨੇ ਸਿਕਿਉਰਿਟੀ ਦੇ ਕੇ ਕਰਨਾਲ ਤੱਕ ਪਹੁੰਚਾਇਆ, ਨਿਰੰਕਾਰੀ ਨੂੰ।
ਹਾਂਜੀ ਫਿਰ ਇਹਨੇ ਗਵਾਹ ਬਣਾਤੇ ਜੀਵਾ ਸਿੰਘ ਉਮਰਾ ਨੰਗਲ ਵਰਗੇ ਗਵਾਹ ਮਗਰਾਤੇ ਬਾਅਦ 'ਚ। ਮਤਲਬ ਇਹ ਗੁਰੂਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਸਿੱਖ ਪੰਥ ਨਾਲ ਸ਼ੁਰੂ ਤੋਂ ਹੀ ਬੜੀਆਂ ਘਰਾਉਣੀਆਂ ਹਰਕਤਾਂ ਇਹ ਪਰਿਵਾਰ ਕਰਦਾ ਹੈ। ਲੇਕਿਨ ਅਨਫੋਰਚੂਨੇਟ ਹੈ ਕਿ ਸਿੱਖਾਂ ਨੂੰ ਕਦੀ ਸਮਝ ਨਹੀਂ ਆਈ। ਜਿਵੇਂ ਤੁਸੀਂ ਕਹਿੰਦੇ ਨਾ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ, ਸਿੱਖ ਨੂੰ ਕਦੀ ਸਮਝ ਹੀ ਨਹੀਂ ਆਈ ਕਿ ਸਿੱਖ ਪੰਥ ਦਾ ਬਹੁਤ ਵੱਡਾ ਗਦਾਰ ਹੈ। ਹੁਣ ਸਭ ਕੁਝ ਲੁਟਾ ਕੇ ਹੋਸ਼ में ਆਏ तो क्या हुआ? जब सब कुछ ਲੁੱਟਿਆ ਗਿਆ ਅਜੇ ਵੀ ਹੋਸ਼ 'ਚ ਨਹੀਂ ਆਏ। ਅਜੇ ਵੀ ਦੇਖੋ ਗਲ 'ਚ ਕਿਰਪਾਨਾਂ ਪਾਈਆਂ ਹੋਈਆਂ, ਖੱਟੀਆਂ ਪੱਗਾਂ ਬਣੀਆਂ ਹੋਈਆਂ, ਬੋਲੇ ਜੋ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਖਬੀਰ ਬਾਦਲ ਦੇ ਪਿੱਛੇ ਤੁਰੇ ਫਿਰਦੇ, ਜਿਵੇਂ ਕੁੱਤਾ ਬੁਰਕੀ ਦੇ ਪਿੱਛੇ ਨਹੀਂ ਫਿਰਦਾ, ਐਂ ਫਿਰਦੇ ਆ। ਅਜੇ ਵੀ ਕਿਸੇ ਨੂੰ ਇਹਨਾਂ ਨੂੰ ਸ਼ਰਮ ਨਹੀਂ ਹੈਗੀ। ਜਾਂ ਤਾਂ ਇੱਕ ਵੀ ਬੰਦਾ ਉਹਨਾਂ ਦੀ ਰੈਲੀ 'ਚ ਨਹੀਂ ਜਾਣਾ ਚਾਹੀਦਾ ਜਿਸ ਸਿੱਖੀ ਨੂੰ ਸਮਝਦੇ ਜੀ। ਅਤੇ ਹੁਣ ਤੁਸੀਂ ਦੇਖ ਲਓ ਬਈ ਉਹ ਸਾਡੇ ਹੀ ਇਹਨਾਂ ਨੇ 78 'ਚ ਵੀ ਸਾਡੇ ਬੰਦੇ ਮਰੇ। ਨਿਰੰਕਾਰੀਆਂ ਨੇ ਸ਼ਰੇਆਮ ਚੈਲੰਜ ਕਰਕੇ ਮਾਰੇ, ਗੁਰੂ ਗ੍ਰੰਥ ਸਾਹਿਬ ਨੂੰ ਪੈਰਾਂ 'ਚ ਰੱਖਿਆ। ਅਸੂਤੋਸ ਦੇ ਵਿੱਚ ਵੀ ਸਾਡੇ ਬੰਦੇ ਮਰੇ, ਬੰਗੇ 'ਚ ਵੀ ਸਾਡੇ ਮੁੰਡੇ ਮਰੇ, ਗੁਰਦਾਸਪੁਰ 'ਚ ਵੀ ਸਾਡਾ ਮੁੰਡਾ ਮਰਿਆ। ਅਸੀਂ ਧਰਨੇ ਮਾਰਦੇ, ਸਾਡੇ 'ਤੇ ਗੋਲੀਆਂ ਮਾਰਦੇ ਨੇ। ਜਦੋਂ ਜਿਹੜੇ ਡੇਰਾ ਸੇਵਕ ਨੇ, ਜਦੋਂ ਇਹ ਧਰਨੇ ਮਾਰਦੇ ਨੇ, ਇਹਨਾਂ ਨੇ ਇੰਨੇ ਸਿੱਖਾਂ ਨੂੰ ਉੱਥੇ ਕੁੱਟਿਆ, ਬਠਿੰਡੇ ਐਰਾ ਵਗੈਰਾ, ਉੱਥੇ ਕੋਈ ਗੋਲੀ ਨਹੀਂ ਚੱਲੀ। ਜਦੋਂ ਅਸ਼ੂਤੋਸ਼ ਦੇ ਬੰਦੇ ਸਾਡੇ ਗੱਲ ਪਏ, ਉਦੋਂ ਕੋਈ ਗੋਲੀ ਨਹੀਂ ਚੱਲੀ। ਜਦੋਂ ਸਿੱਖ ਜਾਂਦੇ ਨੇ, ਗੋਲੀਆਂ ਮਾਰਦੇ ਨੇ। ਮਾਰਦੇ ਕੌਣ ਨੇ? ਸਿੱਖ ਦੀ ਸੋ ਕਾਰਡ ਪੰਥਕ ਸਰਕਾਰ। ਤਾਂ ਜੇ ਸਿੱਖਾਂ ਨੂੰ ਹੁਣ ਵੀ ਅਕਲ ਨਾ ਆਏ ਤੇ ਇਹਨਾਂ ਦਾ ਇਲਾਜ ਕੀ ਕੀਤਾ ਜਾਏ? ਸਾਨੂੰ ਤਾਂ ਇਹ ਫਿਕਰ ਪਿਆ ਹੋਇਆ, ਜੇ ਹੁਣ ਵੀ ਇਹਨਾਂ ਨੂੰ ਅਕਲ ਨਹੀਂ ਆਉਂਦੀ ਸਿੱਖਾਂ ਨੂੰ, ਫਿਰ ਇਹਨਾਂ ਦਾ ਇਲਾਜ ਕੀ ਕੀਤਾ ਜਾਵੇ? ਸਿੱਖਾਂ ਦਾ ਇਲਾਜ ਕੀ ਕੀਤਾ ਜਾਵੇ? ਬਾਕੀ ਇਹਨਾਂ ਦੇ ਬਾਦਲਾਂ ਤੋਂ ਤੁਸੀਂ ਛੱਡ ਹੀ ਦਿਓ। ਤਾਂ ਲੱਗਦਾ ਵੀ ਜੇ ਸਭ ਕੁਝ ਲੁਟਾ ਕੇ ਘਰ ਵਾਪਸ ਮੁੜਨਾ ਫਿਰ ਫਾਇਦਾ ਕੀ ਹੈ? ਸਭ ਕੁਝ ਤਾਂ ਲੁੱਟਣ ਤੋਂ ਵੀ ਜ਼ਿਆਦਾ, ਜਦੋਂ ਤੁਹਾਡਾ ਦੇਖੋ ਇਹਨਾਂ ਨੇ ਜਦੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਵੇਚ ਦਿੱਤੇ, ਇਹਨਾਂ ਨੇ ਸਰੂਪ ਵੇਚਤੇ 278, ਫਿਰ ਇਹ ਲਿਪਾ ਪੋਚੀ ਕਰ ਗਏ, ਸਿੱਖ ਫਿਰ ਨਹੀਂ ਉੱਠੇ, ਫਿਰ ਉਸੇ ਉਹਨਾਂ ਦੇ ਚਮਚੇ ਬਣੀ ਜਾਂਦੇ ਨੇ। ਜਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ, ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਹੱਥ ਨਾਲ ਲਿਖਿਆ ਸੀ, ਦਸਤਖਤ ਕੀਤੇ ਸੀ, ਅਥੈਂਟੀਕੇਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਜਦੋਂ ਸਰੂਪ ਵੇਚਤਾ ਜਾ ਕੇ ਕੈਨੇਡਾ, ਇਹਨਾਂ ਦੇ ਕੰਨ 'ਤੇ, ਸਿੱਖਾਂ ਦੇ ਕੰਮ 'ਤੇ ਕੋਈ ਜੂੰ ਨਹੀਂ ਸਰਕੀ। ਮਤਲਬ ਸਿੱਖਾਂ ਨੂੰ ਮੈਂ ਇਹ ਕਹਿ ਰਿਹਾ ਕਿ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬੜੇ ਗੁਰੂ ਦੇ ਹਾਂ, ਅਤੇ ਅਸੀਂ ਬੜੇ ਪੰਥ ਹਾਂ, ਅਤੇ ਅਸੀਂ ਬੜੇ ਬਹਾਦਰ ਹਾਂ, ਅਤੇ ਅਸੀਂ ਬੜੇ ਉਹ ਹਾਂ। ਅਤੇ ਫਿਰ ਤੁਹਾਨੂੰ ਅਕਲ ਨਾਲ ਤੁਸੀਂ ਕੰਮ ਕਿਉਂ ਨਹੀਂ ਕਰਦੇ? ਤੁਹਾਨੂੰ ਅਕਲ ਕਦੋਂ ਆਏਗੀ? ਮੈਨੂੰ ਇਸ ਗੱਲ ਦਾ ਜਵਾਬ ਦਿਓ ਸਿੱਖੋ, ਤੁਹਾਨੂੰ ਅਕਲ ਕਦੋਂ ਆਏਗੀ? ਸਭ ਕੁਝ ਤਾਂ ਤੁਸੀਂ ਲਟਾ ਬੈਠੇ ਜੇ। ਤੁਹਾਡੇ ਤੋਸ਼ੇਖਾਨੇ 'ਚ ਕੋਈ ਸਮਾਨ ਹੈਗਾ ਕਿ ਨਹੀਂ ਹੈਗਾ ਤੁਹਾਨੂੰ ਪਤਾ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਹੈ ਕਿ ਨਹੀਂ ਹੈਗੀ? ਹੀਰੇ ਜਵਾਹਰਾਤ ਹੈ ਕਿ ਨਹੀਂ ਹੈਗੇ? ਯੂ ਡੋਂਟ ਨੋ। ਹੁਣ ਤੱਕ ਕਹਿੰਦੇ ਸੀ ਸਰਕਾਰ ਪੁਲਿਸ ਫੌਜ ਲੈ ਗਈ। ਅੰਮ੍ਰਿਤ ਸ਼ਾਹ ਕਹਿੰਦਾ ਲਿਖ ਕੇ ਚਿੱਠੀ ਦੇ, ਮੁੜ ਕੇ ਭੱਜ ਗਏ। ਫਿਰ ਇੱਕ ਚਿੱਠੀ ਬ੍ਰਿਗੇਡੀਅਰ ਸਾਨੀ ਦੀ ਆਈ ਮੇਰੇ ਹੱਥ 'ਚ, ਜਿੱਥੇ ਦਸਤਖਤ ਕਰਕੇ ਉਹਨੇ ਹੈਂਡਓਵਰ ਕੀਤਾ ਸਾਰਾ ਕੁਝ। ਉਦੋਂ ਵੀ 204 ਸਰੂਪ ਇਹਨਾਂ ਨੂੰ ਹੈਂਡਓਵਰ ਹੋਏ ਆ, ਉਹ ਸਾਰੇ ਇਹਨਾਂ ਨੇ ਵੇਚਤੇ। 278 ਹੁਣ ਵੇਚਤੇ। ਜਿਹੜੇ ਬੰਦਾ ਸਿੱਖੀ ਨੂੰ ਵੇਚਣ ਵਾਸਤੇ ਲੱਗਿਆ ਹੋਇਆ ਅਤੇ ਸਿੱਖਾਂ ਦਾ ਘਾਣ ਕਰਨ ਵਾਸਤੇ ਲੱਗਿਆ ਹੋਇਆ, ਸਿੱਖੀ ਨੂੰ ਖਤਮ ਕਰਨ 'ਤੇ ਲੱਗਿਆ ਹੋਇਆ, ਸਿੱਖਾਂ ਨੂੰ ਬ੍ਰਾਹਮਣਵਾਦ 'ਚ ਵਾਪਸ ਲਿਆਉਣ 'ਤੇ ਲੱਗਿਆ ਹੋਇਆ, ਫਿਰ ਤੁਸੀਂ ਚਮਚੇ ਬਣ ਕੇ ਉਹਨਾਂ ਦੇ ਪਿੱਛੇ ਕਿਵੇਂ ਲੱਗਦੇ ਜੇ? ਅੱਜ ਉਹ ਜਿਹੜੇ ਪਾਰਟੀ ਵਿੱਚ ਹੈਗੇ ਸੀ, ਸੱਤਾ ਵਿੱਚ ਹੈਗੇ ਸੀ ਅਕਾਲੀ ਦਲ ਨਾਲ, ਅੱਜ ਉਹ ਵਿਰੋਧ ਕਰਦੇ ਨੇ, ਉਸ ਸਮੇਂ ਉਹਨਾਂ ਦਾ ਸਾਥ ਦਿੱਤਾ ਸੀ। ਇਹੀ ਤਾਂ ਮੈਂ ਕਹਿ ਰਿਹਾ। ਹੋਰ ਮੈਂ ਅੱਧਾ ਘੰਟਾ ਭਾਸ਼ਣ ਕਾਹਦਾ ਕੀਤਾ ਹੈ ਕਿ 2015 'ਚ ਗੁਰੂ ਗ੍ਰੰਥ ਸਾਹਿਬ ਚੁੱਕਿਆ ਗਿਆ, ਉਦੋਂ ਢੀਂਡਸਾ ਨੂੰ, ਪਰਮਿੰਦਰ ਢੀਂਡਸਾ ਫਾਈਨੈਂਸ ਮਿਨਿਸਟਰ ਸੀ। ਦੱਸੋ ਕੀ ਕੀਤਾ ਇਹਨੇ? ਕਿਤੇ ਵਰਡ ਬੋਲਿਆ ਹੋਵੇ, ਕਿਤੇ ਬੜਗਾੜੀ ਗਿਆ ਹੋਵੇ, ਕਿਤੇ ਬੁਰਜ ਜਵਾਹਰ ਸਿੰਘ ਵਾਲੇ ਗਿਆ ਹੋਵੇ? ਜਿਹੜੇ ਵੱਡੇ ਢੀਂਡਸਾ ਸਾਹਿਬ ਨੇ ਉਹ ਕਦੀ ਗਏ ਕਿਤੇ? ਉਹ ਕਦੀ ਬੋਲੇ? ਇਹ ਤਾਂ ਭਾਈ ਸਾਹਿਬ ਸੱਤਾਧਾਰੀ ਹੈ। ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ, ਸੈਂਟਰ ਦਾ ਜਿਹੜਾ ਥਿੰਕ ਟੈਂਕ ਹੈ, ਉਹ ਹੁਣ ਬਾਦਲਾਂ ਤੋਂ ਤੰਗ ਆ ਕੇ ਹਟਾ ਕੇ ਇਹਨਾਂ ਨੂੰ ਅੱਗੇ ਕਰਨਾ ਚਾਹੁੰਦਾ ਸੀ, ਢੀਂਡਸਾ ਪਰਿਵਾਰ ਨੂੰ। ਲੇਕਿਨ ਇਹ ਫਲੋਪ ਹੋ ਗਏ। ਹੁਣ ਇਹ ਜੋ ਮਰਜ਼ੀ ਕਾਪੀਆਂ ਸਾੜੀ ਜਾਣ। ਹੁਣ ਲੋਕ ਸਵਾਲ ਪੁੱਛਦੇ ਨੇ ਕਿ 2015-16 'ਚ ਤੁਸੀਂ ਕਿੱਥੇ ਸੀ? 1.5 ਸਾਲ ਤੁਸੀਂ ਕਿੱਥੇ ਸੀ? ਤੁਸੀਂ ਤਾਂ ਉਹਨਾਂ ਦੇ ਨਾਲ ਹੀ ਜੇ ਬਾਦਲਾਂ ਨੂੰ 14 ਸੀਟਾਂ ਮਿਲੀਆਂ, 12 ਸੀਟਾਂ ਮਿਲੀਆਂ, ਉਹ ਹਾਰ ਗਏ। ਹੁਣ ਤੁਹਾਨੂੰ ਪਤਾ ਲੱਗਿਆ, ਹੁਣ ਬਾਦਲ ਗਏ, ਹੁਣ ਚੁੱਕ ਕੇ ਟੱਪੂ ਸੀ। ਹੁਣ ਕਹਿੰਦੇ ਜੀ ਸਾਡਾ ਕਿਹੜਾ ਦਲ ਹੈ, ਸਾਡਾ ਪੰਥਕ ਪਤਾ ਨਹੀਂ ਕਿਹੜਾ ਦਲ ਰੱਖ ਲਿਆ, ਟਕਸਾਲੀ, ਅਕਾਲੀ ਦਲ ਟਕਸਾਲੀ। ਸਾਰੀ ਉਮਰ ਤੁਸੀਂ ਉਹਨਾਂ ਦੀਆਂ ਰੋਟੀਆਂ ਤਲੀਆਂ ਚੱਟਦੇ ਰਹੇ ਅਤੇ ਹੁਣ ਬਣ ਗਏ ਟਕਸਾਲੀ। ਇਹ ਤਾਂ ਕੋਈ ਸਾਨੂੰ ਸਮਝ ਨਹੀਂ ਆ ਰਹੀ। ਵੀ ਸਿੱਖ ਵੀ ਵੈਸੇ ਉਸੇ ਤਰ੍ਹਾਂ ਚਲੇ ਜਾਂਦੇ ਨੇ ਵਿਚਾਰੇ, ਕੀ ਕਰਨ? ਉਹ ਕਿਤੇ ਤਾਂ ਉਹਨਾਂ ਨੇ ਜਾਣਾ ਹੀ ਹੈ। ਅਤੇ ਸਿੱਖਾਂ ਨੂੰ ਬੜੀ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ। ਦੇਖੋ ਲਾਸਟ ਚਾਂਸ ਹੈ। ਜੇ ਤੁਸੀਂ ਹੁਣ ਸਿੱਖੀ ਨੂੰ ਨਹੀਂ ਸੰਭਾਲਦੇ, 2022 ਇਜ਼ ਏ ਲਾਸਟ ਚਾਂਸ। ਸਾਡਾ ਪੰਜਾਬ ਦਾ ਲਾਸਟ ਚਾਂਸ ਹੈ। ਸਿੱਖਾਂ ਨੂੰ ਤੁਸੀਂ ਛੱਡੋ, ਸਾਰੇ ਪੰਜਾਬੀਆਂ ਵਾਸਤੇ ਇਹ ਲਾਸਟ ਚਾਂਸ ਹੈ। ਜੇ ਤੁਸੀਂ ਇਹਨਾਂ ਦੇ ਚੁੰਗਲ 'ਚੋਂ ਬਾਹਰ ਨਹੀਂ ਨਿਕਲਦੇ, ਭਾਵੇਂ ਹੋਵੇ ਉਹ ਕੇਜਰੀਵਾਲ RSS ਦਾ ਰਾਈਟ ਹੈਂਡ ਮੈਨ ਹੈ, RSS ਦਾ ਬੰਦਾ, ਉਹਦਾ ਪਿਓ RSS ਦਾ ਬਹੁਤ ਵੱਡਾ ਪ੍ਰਚਾਰਕ ਰਿਹਾ, ਭਾਵੇਂ ਉਹ ਅਮਰਿੰਦਰ ਸਿੰਘ ਹੈ,
ਇਹ ਹੀ ਇਜ਼ ਹੈਂਡ, ਇਹ ਬੀ ਟੀਮ ਹੈ, ਇਹ ਆਰਐਸਐਸ ਦੀ ਬੀ ਟੀਮ ਹੈ, ਅਮਰਿੰਦਰ ਸਿੰਘ ਦੀ ਟੀਮ। ਇਹ ਟੀਮ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਹੈ, ਅਜੇ ਵੀ ਨਾਲ ਨੇ, ਕੋਈ ਇਹਨਾਂ ਦਾ ਨਖਾੜਾ ਨਹੀਂ ਜੋ ਹੋਇਆ। ਸਭ ਉਤੋਂ ਤੋਂ ਡਰਾਮੇ ਨੇ ਕਿ ਸਿੱਖ ਵੋਟ ਬੈਂਕ ਸਾਡੇ ਤੋਂ ਭੱਜ ਗਿਆ, ਉਹਨੂੰ ਵਾਪਸ ਲੈ ਆਈਏ। ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਹੁਣ ਖਿਲਾਫ ਲੱਗੇ ਬੋਲਣ, ਪਹਿਲਾਂ ਹੱਕ 'ਚ ਬੋਲਦੇ ਸੀ। ਦੀਜ਼ ਆਰ ਗਿਮਿਕਸ ਐਂਡ ਗੇਮਸ ਆਰ ਬੀਇੰਗ ਪਲੇਡ। ਅਤੇ ਜੇ ਹੁਣ ਸਾਨੂੰ ਕੋਈ ਕਾਮਯਾਬੀ ਮਿਲੀ ਹੈ ਨਾ, ਸੱਚੀ ਦੱਸਾਂ, ਉਹ ਮਿਲੀ ਹੈ ਕਿਸਾਨ ਲੀਡਰਾਂ ਦੇ ਕਹਿ 'ਤੇ। ਜੇ ਉਹ ਵੀ ਇਹਨਾਂ ਕੋਲ ਵਿਕਾਊ ਮਾਲ ਹੁੰਦੇ, ਕਿਉਂਕਿ ਉਹਨਾਂ ਨੇ ਪਾਵਰ ਟੇਸਟ ਨਹੀਂ ਕੀਤੀ, ਉਹ ਇੰਟੈਲੀਜੈਂਸ ਸਾਨੂੰ ਵਿਕਣਾ ਨਹੀਂ ਜਾਣਦੇ। ਅਗਰ ਕੋਈ ਟੇਸਟ ਪਾਵਰ ਉਹਨਾਂ ਨੇ ਕੀਤੀ ਹੁੰਦੀ, ਉਹਨਾਂ ਨੂੰ ਖਰੀਦ ਲੈਂਦੇ। ਅਤੇ ਜੇ ਅੱਜ ਪੰਜਾਬ ਥੋੜ੍ਹਾ ਖੜ੍ਹਾ ਹੋਇਆ ਹੈ ਜਾਂ ਖੜ੍ਹਾ ਹੋਏਗਾ, ਅਤੇ ਉਹ ਕਿਸਾਨ ਯੂਨੀਅਨ ਦੇ ਜਿਹੜੇ ਵੀ 25 30 32 ਨੁਮਾਇੰਦੇ ਨੇ, ਉਹਨਾਂ ਦੀ ਥੋੜ੍ਹੀ ਜਿਹੀ ਉਹਨਾਂ ਨੇ ਦ੍ਰਿੜਤਾ ਨਾਲ ਕੰਮ ਲਿਆ, ਦ੍ਰਿੜਤਾ ਨਾਲ ਆਪਾਂ ਨੂੰ ਲੀਡ ਕੀਤਾ ਉਸ ਕਿਸਾਨ ਮੂਵਮੈਂਟ ਨੂੰ। ਉਹਦੇ ਕਰਕੇ ਥੋੜ੍ਹੀ ਜਿਹੀ ਸਾਡੀ ਬਚਤ ਹੋਈ ਹੈ। ਅਤੇ ਅਸਲੀ ਬਚਤ ਤਾਂ ਹੋਏਗੀ ਕਿਉਂਕਿ ਪਾਣੀ ਤਾਂ ਸਿਰਾਂ ਤੋਂ ਲੰਘ ਗਿਆ। ਹੁਣ ਅਮਰਿੰਦਰ ਸਿੰਘ ਛਾਲਾਂ ਮਾਰਦਾ ਫਿਰਦਾ 2022 'ਚ, ਮੈਂ ਰਿਪੀਟ ਕਰਾਂਗਾ, ਬਈ ਤੂੰ ਕੀਤਾ ਕੀ ਹੈ? ਤੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਦਵਾ ਸਕਿਆ ਸਿੱਖ ਕੌਮ ਨੂੰ, ਤੂੰ ਪੰਜਾਬ ਦੇ ਛਣਕਣੇ ਨਹੀਂ ਖੜਕਾ ਸਕਿਆ, ਤੂੰ ਪੰਜਾਬ ਦਾ ਕਿਤੇ ਇੱਕ ਵੱਟ ਨਹੀਂ ਬੰਨੀ, ਕਿਤੇ ਨੱਕਾ ਨਹੀਂ ਲਾਇਆ ਸਾਰੇ ਪੰਜਾਬ 'ਚ। ਤੂੰ ਕੀਤਾ ਕੀ ਜਿਹੜਾ ਤੂੰ ਦੁਬਾਰਾ 2022 ਨੂੰ ਆਉਣਾ ਚਾਹੁੰਦਾ? ਇੱਕ ਇਸ਼ੂ ਬਣਾ ਲੈਂਦੇ ਨੇ, ਇਸ਼ੂ ਬਣਾ ਕੇ ਦੋ ਇੱਧਰ ਹੋ ਜਾਂਦੇ ਨੇ, ਦੋ ਇੱਧਰ ਹੋ ਜਾਂਦੇ ਨੇ। TV ਚੈਨਲ ਇਹਨਾਂ ਦੇ, ਉਹਨਾਂ 'ਤੇ ਡਿਬੇਟਾਂ ਕਰਦੇ ਨੇ, ਡਿਬੇਟਾਂ ਕਰਕੇ ਲੋਕੀ ਵਿਚਾਰੇ ਦੇਖਦੇ ਰਹਿੰਦੇ, ਹਾਂ ਇਹਨੇ ਠੀਕ ਹੈ, ਇਹਨੇ ਠੀਕ ਹੈ। ਉਹ ਸਾਰੇ ਇੱਕੇ ਚੱਕੇ ਇਕੱਠੇ ਨੇ, ਕੋਈ ਇਹਨਾਂ ਤੋਂ ਲੱਗ ਨਹੀਂ ਹੈਗਾ, ਇਹਨਾਂ ਤੋਂ ਕਿਸੇ ਨੇ ਬੇਵਕੂਫ ਨਹੀਂ ਬਣਨਾ। 2022 ਇਜ਼ ਏ ਲਾਸਟ ਚਾਂਸ ਪੰਜਾਬ ਵਾਸਤੇ, ਸਿਰਫ ਲਾਸਟ ਚਾਂਸ ਹੈ 2022। ਜੇ 2022 ਦੇ ਵਿੱਚ ਵੀ ਆਪਾਂ ਨਹੀਂ ਉੱਠ ਕੇ ਖੜੇ ਹੋਏ, ਪੰਜਾਬ ਤੇ ਪੰਜਾਬੀਅਤ ਨੂੰ ਆਪਾਂ ਨਹੀਂ ਬੁਲਾਉਂਦੇ, ਤੇ ਫਿਰ ਪਾਣੀ ਸਿਰਾਂ ਤੋਂ ਲੰਘ ਜੂਗਾ। ਪੰਜਾਬ ਮੁੜ ਕੇ ਮੁਰਦਾ ਪੰਜਾਬ ਹੋਏਗਾ, ਉੱਠਦਾ ਪੰਜਾਬ ਨਹੀਂ ਹੋਏਗਾ, ਮੁਰਦਾ ਪੰਜਾਬ ਹੋਏਗਾ। ਔਰ ਤੁਹਾਨੂੰ ਇੱਥੇ ਐਂ ਹੀ ਲਾਸ਼ਾਂ ਮਿਲਿਆ ਕਰਨਗੀਆਂ ਜਿਵੇਂ ਹੁਣ ਅੱਜ ਕੱਲ੍ਹ ਦਿੱਲੀ ਤੇ UP 'ਚ ਮਿਲ ਰਹੀਆਂ। ਇਹ ਤੁਹਾਨੂੰ ਨਸ਼ਿਆਂ ਦੀਆਂ ਲਾਸ਼ਾਂ, ਇਹ ਲਾਸ਼ਾਂ, ਬੇਰੁਜ਼ਗਾਰੀ ਨਾਲ ਲੋਕੀ ਮਰਨਗੇ। ਇਹ ਤੁਹਾਨੂੰ ਪੰਜਾਬ ਦਾ ਐਂ ਹੀ ਮਿਲੇਗਾ। ਅਤੇ ਮੇਰੀ ਬੇਨਤੀ ਹੈ ਸਾਰੇ ਪੰਜਾਬ ਨੂੰ ਕਿ ਛੋਟੀਆਂ ਛੋਟੀਆਂ ਗੱਲਾਂ 'ਤੇ ਇੱਕ ਘਰ 'ਚ 5-5 ਲੀਡਰ ਬਣੇ, ਸਾਰੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਉੱਠੋ। ਜੇ ਤੁਹਾਨੂੰ ਪੰਜਾਬ ਨਾਲ ਹਮਦਰਦ ਹੈ, ਪੰਜਾਬ ਨਾਲ ਹਮਦਰਦੀ, ਆਓ ਫਿਰ ਪੰਜਾਬ ਸੰਭਾਲੀਏ ਇਕੱਠੇ ਹੋ ਕੇ। ਜੇ ਹੁਣ ਅੱਜ ਇਨਸਾਫ ਦੀ ਗੱਲ ਹੋ ਰਹੀ ਹੈ ਬਰਗਾੜੀ ਕਾਂਡ ਉੱਤੇ ਜਾਂ ਬਹਿਬਲ ਕਲਾਂ ਦੇ ਉੱਤੇ, ਜੋ ਜਿਸ ਨਾਲ ਗੋਲੀ ਚੱਲੀ ਸੀ, 2 ਸਿੰਘ ਸ਼ਹੀਦ ਹੋਏ ਸੀ, ਲੱਗਦਾ ਇਨਸਾਫ ਕਿਤੇ ਮਿਲੂਗਾ? ਜੋ ਤੁਸੀਂ ਗੱਲਾਂ ਕਹਿ ਰਹੇ ਹੋ 2022 ਦੇ ਵਿੱਚ ਲਾਸਟ ਆਖਿਰ ਚਾਂਸ ਹੈਗਾ, ਕਿਤੇ ਇਨਸਾਫ ਮਿਲੂਗਾ? ਕਿ ਮੈਂ ਪਹਿਲਾਂ ਵੀ ਇੱਕ ਵਿਦਵਾਨ ਦਾ ਜ਼ਿਕਰ ਕੀਤਾ ਵੀ 84 ਦੇ ਇਨਸਾਫ ਹੁਣ ਤੱਕ ਨਹੀਂ ਮਿਲੇ। ਪਰਿਵਾਰ ਅੱਜ ਤੱਕ ਪਰਿਵਾਰ ਜਿਹੜਾ ਹੈ ਉਹ ਕੋਰਟ ਕਚਹਿਰੀਆਂ ਦੇ ਚੱਕਰ ਲਗਾ ਲਿਆ ਵੀ ਇਨਸਾਫ ਮਿਲ ਜੂਗਾ। ਇਹਦਾ ਇਨਸਾਫ ਮਿਲੂਗਾ? ਇਨਸਾਫ ਮਿਲੇਗਾ ਜੇ ਅਸੀਂ ਇਨਸਾਫ ਲੈਣ ਦੇ ਕਾਬਲ ਹੋਵਾਂਗੇ। ਸਾਨੂੰ ਪਹਿਲਾਂ ਆਪਣੇ ਆਪ ਨੂੰ ਇਨਸਾਫ ਲੈਣ ਦੇ ਕਾਬਲ ਕਰਨਾ ਚਾਹੀਦਾ ਹੈ। ਜੇ ਅਸੀਂ ਆਪਦੀ ਸੱਤਾ 'ਚ ਬਣਾਉਣੇ, ਇਨਸਾਫ ਕੀ ਹੈ? ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਹੈ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਉਹ ਬਿਲਕੁਲ ਡਿਟੇਲਡ ਡਾਕੂਮੈਂਟਸ ਹੈ। ਉਹਦੇ 'ਚ ਇੱਕ ਇੱਕ ਚੀਜ਼ ਲਿਖੀ ਹੋਈ ਹੈ। ਅਤੇ ਕਰਨਾ ਤੁਸੀਂ ਕੀ ਹੈ? FIR ਰਜਿਸਟਰ ਕਰਨੀ ਹੈ, ਸਾਰਿਆਂ ਨੂੰ ਅਰੈਸਟ ਕਰਨਾ, ਅਤੇ ਅਰੈਸਟ ਕਰਕੇ ਅੰਦਰ ਦੇ ਕੇ ਅਤੇ ਚਲਾਨ ਪੇਸ਼ ਕਰਨਾ। ਮੈਂ ਤੁਹਾਨੂੰ ਦੱਸਦਾ ਹੁਣ ਤਮਾਸ਼ਾ ਕੀ ਹੋਇਆ। ਜਿਹੜਾ ਇਹ ਇਨਵੈਸਟੀਗੇਸ਼ਨ ਹੈ, ਇਹ ਇਨਵੈਸਟੀਗੇਸ਼ਨ ਜਿਹੜੀ ਹੈ ਸਾਡੀ, ਇਹ ਅਸੀਂ ਸਿਰ ਤੋਂ ਸ਼ੁਰੂ ਕਰਤੀ। ਕਦੀ ਵੀ ਇਨਸਾਫ ਨਹੀਂ ਮਿਲ ਸਕਦਾ ਤੁਹਾਨੂੰ। ਤੁਸੀਂ ਸ਼ੁਰੂ ਕਰੋ, ਬੇਅਦਬੀ ਕੌਣ ਹੋਈ, ਕਿਵੇਂ ਹੋਈ, ਬੇਅਦਬੀ ਦੇ ਪਿੱਛੇ ਕੌਣ ਸੀ, ਬੇਅਦਬੀ ਕਰਵਾਈ ਕਿੰਨੇ, ਇਨਵੈਸਟੀਗੇਸ਼ਨ ਉੱਥੋਂ ਸ਼ੁਰੂ ਕਰੋ। ਦੇਖੋ ਜਿਹੜੀ ਖੱਟੜੇ ਵਾਲੀ ਸੈੱਟ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਬਹੁਤ ਵਧੀਆ ਕੀਤੀ, ਉਹ ਕਮਿਟਡ ਸੀਗੇ। ਉਹਨਾਂ ਨੂੰ ਤਾਂ ਹੀ ਰਿਮੂਵ ਕੀਤਾ ਗਿਆ ਕਿ ਉਹ ਡਿਟਰਮਨ ਸੀਗੇ, ਅਸੀਂ ਤਾਂ ਇਹਨਾਂ ਨੂੰ ਅੰਦਰ ਦੇਣਾ ਹੀ ਦੇਣਾ, ਭਾਵੇਂ ਸਾਡੀ ਨੌਕਰੀ ਚਲੀ ਜਾਏ। ਵਨ ਆਫ ਦਾ ਅਫਸਰ ਸਪੋਕ ਟੂ ਮੀ, ਮੈਨੂੰ ਕਿਸੇ ਅਫਸਰ ਨੇ, SSP ਲੱਗਿਆ, ਉਹਨੇ ਮੇਰੇ ਨਾਲ ਗੱਲ ਕੀਤੀ, ਉਦੋਂ SP ਸੀਗਾ। ਕਹਿੰਦਾ ਸਰ ਹਰ ਹਾਲਤ 'ਚ ਅੰਦਰ ਦੇਣਾ ਅਸੀਂ ਨੂੰ। ਲੇਕਿਨ ਜਦੋਂ ਸਰਕਾਰਾਂ ਉਹਨਾਂ ਨੂੰ ਖਿੱਚ ਕੇ ਪਾਸੇ ਕਰ ਦਿੰਦੀਆਂ, ਔਰ ਉਹਨਾਂ ਨੇ 7 ਬੰਦੇ ਫੜ ਕੇ ਅੰਦਰ ਦੇਤੇ। ਉਹ 7 ਬੰਦਿਆਂ ਦੇ ਬਿਆਨ ਸੀ ਕਿ ਸਾਨੂੰ ਜਿਹੜਾ ਸੰਦੀਪ ਕੁਮਾਰ ਹੈ ਅਤੇ 2 ਹੋਰ ਨੇ, ਜਿਹੜੇ ਡੇਰੇ ਦੀ ਕੌਂਸਲ ਦੇ ਵਿੱਚ ਮੈਂਬਰ ਨੇ, ਜਿਹੜੀ ਟੌਪ ਦੀ ਕੌਂਸਲ ਹੈ 11 ਮੈਂਬਰੀ, ਉਹਦੇ ਮੈਂਬਰ ਨੇ, ਉਹਨਾਂ ਨੇ ਸਾਨੂੰ ਪੈਸੇ ਭੇਜੇ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਰਨਾ ਹੀ ਕਰਨਾ। ਅੱਛਾ, ਉਹ ਸੰਦੀਪ ਕੁਮਾਰ ਨੂੰ ਅੱਜ ਤੱਕ ਨਹੀਂ ਫੜਿਆ ਗਿਆ। ਉਹ ਤਿੰਨੇ ਆਰਾਮ ਨਾਲ ਫਿਰਦੇ ਉੱਥੇ। ਉਹਨਾਂ ਨੂੰ PO ਡਿਕਲੇਅਰ ਕਰਤਾ ਕਿ ਅਵੇਲੇਬਲ ਨਹੀਂ ਹੈਗੇ। ਔਰ ਉਹ 25 ਮਾਰਚ ਨੂੰ ਵੀ ਉੱਥੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਸਾਰੇ ਸ਼ਰੇਆਮ ਫਿਰਦੇ ਨੇ। ਤੁਸੀਂ ਉਹਨਾਂ ਨੂੰ ਅਰੈਸਟ ਕਰੋ। 4 ਛਿੱਤਰ ਪੈਣੇ, ਉਹਨਾਂ ਨੇ ਕਹਿੰਦੇ ਸਾਨੂੰ ਡੇਰੇ ਵਾਲੇ ਨੇ ਕਿਹਾ। ਤੁਸੀਂ ਡੇਰੇ ਵਾਲੇ ਨੂੰ ਅਰੈਸਟ ਕਰਕੇ ਲਿਆਓ ਪ੍ਰੋਡਕਸ਼ਨ ਵਾਰੰਟ 'ਤੇ।
ਚਾਰ ਛਿੱਤਰ ਮਾਰੋ ਉਹਨੇ ਕਹਿੰਦਾ ਸਾਰਾ ਬਾਦਲਾਂ ਨੇ ਕੀਤਾ, ਇਹਨਾਂ ਨੇ 100 ਕਰੋੜ ਮੇਰੇ ਤੋਂ ਲੈ ਲਿਆ ਜਾਂ ਜਿੰਨਾ ਵੀ ਪੈਸਾ ਲੈ ਲਿਆ ਮੇਰੀ ਫਿਲਮ ਦਾ, ਮੇਰੀ ਮੁੜ ਕੇ ਫਿਲਮ ਨਹੀਂ ਚਲਾਈ, ਮੁੜ ਕੇ ਇੱਕ ਵਾਰੀ ਮੈਨੂੰ ਮਾਫ ਕਰ ਦਿੱਤਾ, ਮੁੜ ਕੇ ਮੈਨੂੰ ਮਾਫੀ ਵਾਪਸ ਲੈ ਲਈ। ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ, ਮੈਂ ਚੁੱਕੇ, ਇਹਨਾਂ ਨੇ ਮੇਰੇ ਤੋਂ ਚੁਕਵਾਏ, ਮੈਂ ਚੁੱਕੇ, ਤੇ ਬਾਦਲ ਆਟੋਮੈਟਿਕਲੀ ਫਸ ਗਏ। ਕੋਈ ਸਬੂਤ ਲੱਭਣ ਦੀ ਜ਼ਰੂਰਤ ਹੀ ਨਹੀਂ। ਹੁਣ ਤੁਸੀਂ ਕਹਿੰਦੇ ਉਹਦੇ ਕੋਲ ਸਬੂਤ ਨਹੀਂ ਮਿਲਿਆ, ਸਬੂਤ ਛਣਕਣਾ ਮਿਲੂਗਾ। ਤੁਸੀਂ ਤਾਂ ਫਾਇਰਿੰਗ ਦਾ ਕੇਸ ਲੈ ਕੇ ਬੈਠੇ ਹੋਏ ਜੇ। ਫਾਇਰਿੰਗ ਹੋਈ ਕਿਉਂ? ਜੇ ਬੇਅਦਬੀ ਨਾ ਹੁੰਦੀ ਫਾਇਰਿੰਗ ਨਾ ਹੁੰਦੀ। ਅਰੇ ਥੱਲੋਂ ਚੱਲੋ ਨਾ, ਬੇਅਦਬੀ ਤੋਂ ਕੰਮ ਚੱਲਿਆ ਨਾ ਸਾਰਾ। ਜੇ ਗੁਰੂ ਗ੍ਰੰਥ ਸਾਹਿਬ ਨਾ ਚੁੱਕੇ ਜਾਂਦੇ ਤਾਂ ਫਾਇਰਿੰਗ ਕਿਉਂ ਹੁੰਦੀ? ਫਿਰ ਉੱਥੇ ਲਾਠੀ ਚਾਰਜ ਕਿਉਂ ਹੁੰਦਾ? ਕੋਟਕਪੂਰੇ ਹੋਣਾ ਨਹੀਂ ਸੀ ਨਾ। ਤੇ ਉਹ ਕਿਵੇਂ ਹੋਈ? ਉੱਥੋਂ ਕੜੀ ਫੜ ਕੇ ਚੱਲੋ। ਤੇ 48 ਘੰਟਿਆਂ ਦੇ ਵਿੱਚ ਜੇ ਇਹਨਾਂ ਨੂੰ ਨਾ 3 ਮਹੀਨੇ ਸਜ਼ਾਵਾਂ ਮਿਲਣ, ਮੈਨੂੰ ਕੋਈ ਜੱਜ ਇਹਨਾਂ ਨੂੰ ਛੱਡ ਕੇ ਦਿਖਾ ਦੇ, ਮੇਰਾ ਨਾਮ ਹਟਾ ਦਿਓ। ਇਹ ਸਾਰੇ ਬੇਈਮਾਨ ਨੇ, ਅਮਰਿੰਦਰ ਬੇਈਮਾਨ, ਬਾਦਲ ਬੇਈਮਾਨ, ਇਹ ਬੇਈਮਾਨਾਂ ਦਾ ਟੋਲਾ ਮਿਲਿਆ ਹੋਇਆ। ਤੇ ਸਾਰੇ ਪਾਣੀ ਭਰਦੇ ਜੇ ਉੱਤੇ ਮੋਦੀ ਸਾਹਿਬ ਦਾ ਤੇ ਅਮਿਤ ਸ਼ਾਹ ਦਾ ਤੇ ਅਜੀਤ ਡੋਵਾਲ ਦਾ, ਇਹ ਪਾਣੀ ਭਰਦੇ ਜੇ ਦੋਨੋਂ ਪਰਿਵਾਰ। ਇਹਨਾਂ ਦੇ ਕਦੀ ਈਡੀ ਦੇ ਕਹਿੰਦੇ ਮੇਰੇ ਪੋਤੇ ਨੂੰ ਵੀ ਈਡੀ ਆ ਗਈ, ਮੇਰੀ ਪੋਤੀ ਤੇ ਵੀ ਈਡੀ ਆ ਗਈ, ਛਣਕਣਾ ਆ ਗਈ ਈਡੀ। ਫਿਰ ਗਈ ਕਿੱਥੇ ਈਡੀ? ਇਹ ਡਰਾਮੇ ਨੇ ਸਾਰੇ, ਤੇ ਲੋਕਾਂ ਨੂੰ ਇੰਨਾ ਬੇਵਕੂਫ ਬਣਾਉਂਦੇ ਨੇ। ਪਤਾ ਨਹੀਂ ਇਹਨਾਂ ਨੇ ਜਾਨਾਂ ਜੂਨਾਂ ਕਿੱਥੇ ਦੇਣੀਆਂ ਨੇ, ਜਾਂ ਮਰਨਾ ਇਹਨਾਂ ਨੇ ਕਿਵੇਂ ਮਰਨਾ, ਜਾਂ ਕਿੱਥੇ ਇਹਨਾਂ ਨੇ ਜਾਨਾਂ ਦੇਣਾ। ਰੱਬ ਨੂੰ ਜਵਾਬ ਇਹਨਾਂ ਨੇ ਕੀ ਦੇਣਾ, ਇਹ ਤਾਂ ਇਹੀ ਦੱਸਣ ਸਾਨੂੰ, ਅਸੀਂ ਤਾਂ ਨਹੀਂ ਦੱਸ ਸਕਦੇ ਇਹਨਾਂ ਵਾਸਤੇ। ਲੇਕਿਨ ਗਿਰ ਚੁੱਕੇ ਇਹ ਬੰਦੇ, ਬਿਲਕੁਲ ਇੰਨੀ ਗਿਰਾਵਟ ਆ ਗਈ ਹੈ। ਇਹਨਾਂ ਨੂੰ ਸਿੱਖ ਕਹਿਣ ਦਾ ਆਪਾਂ ਤਾਂ ਆਉਂਦੀ ਸ਼ਰਮ, ਸਿੱਧੀ ਜੀ ਗੱਲ ਹੈ। ਤੁਸੀਂ ਇੰਨੇ ਸਵਾਲ ਰੱਖਦੇ ਹੋ, ਜਵਾਬ ਵੀ ਦੇ ਰਹੇ ਹੋ, ਇੰਨੀ ਚੀਜ਼ਾਂ ਚਰਚਾ ਕੀਤੀ ਹੈ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨਾਮ ਲਿਆ। ਸ਼੍ਰੋਮਣੀ ਅਕਾਲੀ ਦਲ ਤਾਂ ਹਿੱਕ ਠੋਕ ਕੇ ਕਹਿ ਦੀ ਡਿਬੇਟ 'ਚ, ਲਗਾਤਾਰ ਅਖਬਾਰਾਂ ਵਿੱਚ ਆ ਰਿਹਾ ਵੀ ਅਸੀਂ ਤਾਂ ਉਸ ਚਾਰਜ ਸ਼ੀਟ ਵਿੱਚ ਹੈ ਹੀ ਨਹੀਂ ਜੋ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ ਉੱਥੇ, ਉਹ 'ਚ ਕਿਤੇ ਨਾਮ ਹੀ ਹੈ ਨਹੀਂ ਕਹਿੰਦੇ। ਤਾਂ ਮੈਂ ਕਹਿ ਰਿਹਾ ਇਨਵੈਸਟੀਗੇਸ਼ਨ ਹੀ ਫਾਲਟੀ ਹੈ। ਕੁੰਵਰ ਵਿਜੇ ਪ੍ਰਤਾਪ ਨੂੰ ਕਹੋ ਵੀ ਤੂੰ ਬਾਦਲਾਂ ਦਾ ਨਾਂ ਕਹਿੰਦਾ ਮੈਂ ਚਲਾਨ ਤਿਆਰ, ਕਿੱਥੋਂ ਲੈ ਲਿਆ ਤੂੰ ਨਾਂ? ਬਈ ਤੂੰ ਥੱਲਿਓਂ ਆ ਨਾ, ਸਾਧ ਨੂੰ ਫੜ, ਸਾਧ ਤੈਨੂੰ ਦੱਸੂਗਾ ਇਹਨਾਂ ਨੇ ਕਰਾਇਆ, ਸਾਧ ਤੈਨੂੰ ਸਬੂਤ ਹੋਊਗਾ, ਸਾਧ ਦੇ ਕਹਿਣ 'ਤੇ ਤੁਸੀਂ FIR ਕਰੋਗੇ ਬਾਦਲਾਂ ਦੇ ਖਿਲਾਫ। ਮੈਂ ਉਹੀ ਤਾਂ ਕਹਿ ਰਿਹਾ, ਫਾਲਟੀ ਇਨਵੈਸਟੀਗੇਸ਼ਨ ਹੈ। ਜਿੱਥੋਂ ਸ਼ੁਰੂ ਕਰਨੀ ਉੱਥੋਂ ਕਰਦੇ ਨਹੀਂ। ਇਹਨਾਂ ਨੇ ਸ਼ੁਰੂ ਕਰਤੀ ਕੋਟਕਪੂਰਾ ਲਾਠੀ ਚਾਰਜ, ਫਿਰ ਆਏ ਬਾਈਬਲ ਕਲਾਂ ਨੂੰ, ਉਹ ਕੋਟਕਪੂਰਾ ਵਾਲੀਆਂ FIR ਖਾਰਜ ਹੋ ਗਈਆਂ। ਕੋਰਟ ਤੋਂ ਥੱਲਿਓਂ ਬਈ ਤੁਸੀਂ ਬਿਲਡਅਪ ਕਰੋ ਨਾ ਕੇਸ ਤਾਂ ਥੱਲਿਓਂ ਬਿਲਡਅਪ ਕਰਨਾ, ਸਕਰੈਚ ਤੋਂ ਉੱਪਰ ਨੂੰ ਜਾਣਾ। ਇਹ ਉੱਪਰੋਂ ਥੱਲੇ ਨੂੰ ਆ ਰਹੇ। ਗੁਰੂ ਗ੍ਰੰਥ ਸਾਹਿਬ ਬਾਰੇ ਭੁੱਲ ਗਏ, ਬੇਅਦਬੀ ਬਾਰੇ ਭੁੱਲ ਗਏ, ਚੋਰੀ ਕਿੰਨੇ ਕੀਤਾ ਭੁੱਲ ਗਏ, ਚੋਰੀ ਕਰਵਾਇਆ ਕਿੰਨੇ ਭੁੱਲ ਗਏ, ਤੇ ਫਾਇਰਿੰਗ ਤੇ ਆ ਗਏ। ਉਹ ਫਾਇਰਿੰਗ ਤਾਂ ਸਬਸੀਕੁਐਂਟ ਸਭ ਕੁਝ ਆ ਜਾਊਗਾ ਬਾਅਦ 'ਚ। ਇਨਵੈਸਟੀਗੇਸ਼ਨ ਉੱਥੋਂ ਕਰੋ। ਮੈਂ ਜਿੱਦਣ ਸਿੱਟ ਬਣੀ ਸੀ, ਟਾਈਮ ਬਾਉਂਡ ਨਹੀਂ ਸੀ ਕੀਤਾ ਵਿਜੇ ਕੁੰਵਰ, ਮੈਂ ਉਦੋਂ ਨਹੀਂ ਕਹਿਤਾ ਸੀ ਰੋਮਾ ਹੋਟਲ 'ਚ ਪ੍ਰੈਸ ਕਾਨਫਰੰਸ ਕਰਕੇ ਕਿ ਫਰਾਡ ਹੈ, ਇਹ ਸਾਡੇ ਨਾਲ ਫਰਾਡ ਹੋਣਾ। ਇਹ ਜਦ ਇਨਵੈਸਟੀਗੇਸ਼ਨ ਟਾਈਮ ਬਾਉਂਡ ਹੀ ਨਹੀਂ, ਕੱਖ ਨਹੀਂ ਹੋਣਾ। ਤੇ ਫਿਰ ਇਨਵੈਸਟੀਗੇਸ਼ਨ ਕਰਤੀ, ਉਹ ਜਿਹੜਾ ਬੇਅਦਬੀ ਵਾਲੀ ਸਿੱਟ ਸੈਪਰੇਟ ਕਰਤੀ, ਇਹ ਫਾਇਰਿੰਗ ਤੇ ਲਾਤੇ। ਅਰੇ ਫਾਇਰਿੰਗ ਬੇਅਦਬੀ ਤੋਂ ਬਿਨਾਂ ਫਾਇਰਿੰਗ ਕਿਵੇਂ ਹੋਗੀ? ਟੋਟਲ ਗਲਤ ਇਨਵੈਸਟੀਗੇਸ਼ਨ ਹੋਈ ਹੈ। ਫਿਰ ਬਾਦਲਾਂ ਦਾ ਕੀ ਕਰ ਲੋਗੇ? ਉਹ ਤਾਂ ਕਹਿ ਹੀ ਦੇ ਨੇ ਕਿ ਸਾਨੂੰ ਉਹਦਾ ਫਿਰ ਲੱਗਦਾ ਕਲੀਨ ਚਿੱਟ ਮਿਲ ਗਈ ਹੈ, ਕੋਰਟ ਨੇ ਕਲੀਨ ਚਿੱਟ ਦੇਤੀ, ਬਾਦਲਾਂ ਤੋਂ ਕਲੀਨ ਚਿੱਟ ਮਿਲ ਗਈ ਹੈ ਨਾ। ਹੁਣ ਉਹ ਫਿਰ ਕਿਵੇਂ? ਮੇਰੇ ਤੋਂ ਕਲੀਨ ਚਿੱਟ ਲਓ ਨਾ। ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਤੇ ਤੁਸੀਂ ਸਰਕਾਰ 'ਚ ਨਹੀਂ ਸੀ, ਤੁਸੀਂ ਹੋਮ ਮਿਨਿਸਟਰ ਨਹੀਂ ਸੀ, ਤੁਸੀਂ ਚੀਫ ਮਿਨਿਸਟਰ ਨਹੀਂ ਸੀ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਦਰਦ ਨਹੀਂ ਸੀ। ਜਦੋਂ ਪੋਸਟਰ ਲੱਗੇ ਤੁਹਾਨੂੰ ਕੋਈ ਦਰਦ ਨਹੀਂ। ਕਲੀਨ ਚਿੱਟ ਕਿਹਨੇ ਦੇਤੀ? ਕਲੀਨ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਛੱਡੋ ਯਾਰ, ਕੇਸ 'ਚ ਕਲੀਨ ਚਿੱਟ ਮਿਲ ਗਈ ਨਾ। ਉਹ ਤਾਂ ਜਦੋਂ ਕਲੀਨ ਚਿੱਟ ਕਰਨ ਵਾਲੇ ਉਹਨਾਂ ਕੋਈ ਕੰਮ ਹੀ ਨਹੀਂ ਕੀਤਾ ਉਹਨਾਂ ਨੂੰ ਫਸਾਉਣ ਵਾਲਾ, ਤੇ ਕਲੀਨ ਚਿੱਟ ਹੀ ਮਿਲਣੀ ਹੈ। ਲਾਅ ਤਾਂ ਕਾਨੂੰਨ ਨੇ, ਤੇ ਲਾਅ ਨੇ ਤਾਂ ਜਿਹੜੇ ਜੱਜ ਨੇ ਤਾਂ ਕਾਨੂੰਨ 'ਤੇ ਜਾਣਾ, ਲਾਅ 'ਤੇ ਜਾਣਾ। ਜਦੋਂ ਤੁਸੀਂ ਉਹਨਾਂ ਦੇ ਬਰਖਲਾਫ ਕੋਈ ਸਬੂਤ ਹੀ ਨਹੀਂ ਦਿੱਤੇ, ਮੈਂ ਉਹੀ ਤਾਂ ਕਹਿ ਰਿਹਾ ਥੱਲੋਂ ਚਲੋ ਨਾ। ਉਹ ਫਾਲਟ ਕਿਹਦਾ ਦਾ ਗਿਆ? ਫਾਲਟ ਕਿਹਦਾ? ਜਿਹੜੇ ਇਨਵੈਸਟੀਗੇਟਿੰਗ ਦਾ ਸਾਰਾ, ਇਹ ਸਾਰੇ ਮਿਲੇ ਨੇ। ਕੁੰਵਰ ਵਿਜੇ ਪ੍ਰਤਾਪ ਦਾ ਤੁਸੀਂ ਨਾ ਕਹਿ ਦਿਓ। ਔਰ ਜਦੋਂ ਅਮਰਿੰਦਰ ਦੇ ਥੱਲੇ ਉਹਨੇ ਕੰਮ ਕੀਤਾ ਤੇ 4 ਸਾਲ ਅਮਰਿੰਦਰ ਨੇ ਉਹਨੂੰ ਚਲਾਨ ਹੀ ਨਹੀਂ ਪੇਸ਼ ਕਰਨ ਦਿੱਤੇ, ਤੇ ਕੁੰਵਰ ਵਿਜੇ ਪ੍ਰਤਾਪ ਕੀ ਕਰ ਲੂਗਾ? ਕੀ ਕਰ ਲੂਗਾ ਕੁੰਵਰ ਵਿਜੇ ਪ੍ਰਤਾਪ? ਤੇ ਜੇ ਚਲਾਨ ਸੀ ਤਾਂ 6 ਮਹੀਨੇ 'ਚ ਕਿਉਂ ਨਹੀਂ ਕਰਤੇ? 3 ਸਾਲ ਕਿਉਂ ਵੇਟ ਕਰਦਾ ਰਿਹਾ? ਇਹ ਤਾਂ ਸਾਰੇ ਡਰਾਮੇ ਨੇ। ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਉਹਨੇ ਇੱਕ ਹੋਰ ਸ਼ੜਯੰਤਰ ਚੱਲਤਾ ਹੋਣਾ ਇੰਟੈਲੀਜੈਂਸ ਏਜੰਸੀਆਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਅੱਗੇ ਲਾ ਕੇ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸ਼ਹਿਰ 'ਚ ਪੈਦਾ ਹੋਇਆ, ਜਿੱਥੇ ਉਹ ਪੈਦਾ ਉੱਥੇ ਮੈਂ ਪੈਦਾ ਹੋਇਆ। ਉਹ ਮਾਫ ਕਰੋ ਯਾਰ ਸਾਨੂੰ, ਹਾਂਜੀ ਮਾਫ ਕਰੋ। ਤੁਸੀਂ ਇਨਵੈਸਟੀਗੇਸ਼ਨ ਠੀਕ ਕਰੋ, ਮੈਨੂੰ ਦੇ ਦਿਓ ਇਨਵੈਸਟੀਗੇਸ਼ਨ। ਮੈਂ ਕਹਿ ਰਿਹਾ ਮੈਂ ਲੀਗਲ ਕੁਆਲੀਫਾਈਡ ਹਾਂ, ਆਰਮੀ ਦਾ ਮੈਂ ਲਾਅ ਅਫਸਰ ਰਿਹਾ 5 ਸਾਲ। 48 2 ਮਹੀਨਿਆਂ ਹੀ ਟੰਗ ਦੂੰ ਸਾਰੇ, ਔਰ ਕੋਈ ਕੋਰਟ ਮੈਨੂੰ ਛੱਡ ਕੇ ਦਿਖਾਏ, ਕੋਈ ਕੋਰਟ ਛੱਡ ਕੇ ਦਿਖਾਏ। ਥੱਲਿਓਂ ਕਰੋ ਇਨਵੈਸਟੀਗੇਸ਼ਨ। ਇਹ ਕਿਹੜੀ ਇਨਵੈਸਟੀਗੇਸ਼ਨ ਹੈ? ਦਿਸ ਇਜ਼ ਆਲ ਨੌਨਸੈਂਸ। ਸਾਧਨ ਕਟਕਾਦਾ ਜੀ ਖੜਾ ਕਰਦੇ ਹੋ ਜਿੰਨੇ ਵੀ ਨੇ। ਬਿਲਕੁਲ ਕਰ ਰਿਹਾ, ਸੱਚ ਬੋਲ ਰਿਹਾ। ਸੱਚ ਬੋਲਣਾ ਪਾਪ ਤਾਂ ਨਹੀਂ ਹੈ ਨਾ। ਹਿੰਮਤ ਰੱਖਦਾ ਸੱਚ ਬੋਲਣ ਦੀ, ਕੋਈ ਪਰਵਾਹ ਨਹੀਂ ਹੈ। ਕਿੰਨੇ ਸਾਲ ਹੋਰ ਰਹਿ ਗਏ? 2-4 ਸਾਲ ਨਾਲ 5 ਸਾਲ, ਕੀ ਫਰਕ ਪੈਂਦਾ? ਲੇਕਿਨ ਸੱਚ ਬੋਲਣ ਤੋਂ ਨਹੀਂ ਹਟਾਂਗਾ। ਸਵਾਲ ਤੁਹਾਡੇ ਤੇ ਵੀ ਹੋਣ ਲੱਗ ਪੈਣਗੇ ਬਾਅਦ ਚ। ਫਿਰ ਕਾਹਦੇ ਸਵਾਲ ਹੋਣਗੇ ਮੇਰੇ ਤੇ? ਕਰੋ। ਕੌਣ ਕਰਦਾ ਮਾਈ ਦਾ ਲਾਲ? ਕੋਈ ਮਾਈ ਦਾ ਲਾਲ 'ਚ ਹਿੰਮਤ ਆ ਮੇਰੇ ਤੇ ਸਵਾਲ ਕਰਨ ਦੀ? ਕਰੇ। ਫਿਰ ਮੈਂ ਸਾਰੇ ਪੋਤੜੇ ਖੋਲ ਦਿਆਂਗਾ ਇਹਨਾਂ ਦੇ। ਹੁਣ ਥੋੜ੍ਹੇ ਖੋਲ ਰਿਹਾ।
ਮੈਨੂੰ ਵੀ 40 ਸਾਲ ਹੋ ਗਏ ਇਹਨਾਂ ਨਾਲ ਹੀ। ਇਹਨਾਂ ਦੀ ਹਿਸਟਰੀ ਜੋਗਰੀ ਪੋਤੜੇ ਵੀ ਮੈਨੂੰ ਪਤਾ ਨੇ। ਇਹ ਤਾਂ ਮੈਂ ਕੁਝ ਨਹੀਂ ਕਹਿ ਰਿਹਾ, ਕਿਉਂਕਿ ਅਗਲਾ ਕਹਿੰਦਾ ਪਰਸਨਲ ਅਟੈਕ ਕਰਦਾ। ਮੈਂ ਨਹੀਂ ਕਹਿ ਰਿਹਾ ਕਿ ਕੁਝ ਵੀ। ਮੇਰੇ ਤੇ ਕਾਹਦੇ ਸਵਾਲ ਹੋਣੇ? ਮੈਂ ਕੋਈ ਠੱਗੀ ਮਾਰੀ, ਚੋਰੀ ਮਾਰੀ, ਡਾਕਾ ਮਾਰਿਆ? ਮੈਨੂੰ ਤਾਂ ਬਾਬੇ ਨਾਨਕ ਨੇ ਦਿੱਤਾ ਜੋ ਦਿੱਤਾ, ਛੱਪੜ ਫਾੜ ਕੇ ਦਿੱਤਾ। ਕਰ ਲਓ, ਮੇਰਾ ਕੀ ਕਰੋਗੇ? ਤੁਹਾਨੂੰ ਲੱਗਦਾ ਜੋ ਵੀ ਅੱਜ ਹੋਇਆ ਜੱਜਮੈਂਟ ਦੀ ਕਾਪੀ ਸਾੜੀ ਗਈ, ਇਨਸਾਫ ਮਿਲ ਜੂਗਾ? ਕੋਈ ਫਾਇਦਾ ਹੋਊਗਾ? ਫਰਾਡ ਹੈ, ਫਰਾਡ ਹੈ। ਤੂੰ ਜੱਜਮੈਂਟ ਦੀ ਕਾਪੀ ਸਾੜ ਕੇ ਫਿਰ ਕੀ ਹੋ ਗਿਆ? ਸੋ ਵਾਟ, ਜਿੱਥੇ ਮਰਜ਼ੀ ਸਾੜ ਦਿਓ। ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਉਦੋਂ ਐਕਸ਼ਨ ਲੈਣਾ ਚਾਹੀਦਾ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਸੀ। ਉਦੋਂ ਸਮਨ ਕਰਦਾ ਚੀਫ ਮਿਨਿਸਟਰ ਨੂੰ ਕਿ ਮੈਨੂੰ 10 ਦਿਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਪਸ ਚਾਹੀਦਾ, ਨਹੀਂ ਤਾਂ ਮੈਂ ਤੈਨੂੰ ਛੇਕ ਦੂੰਗਾ ਸਿੱਖ ਪੰਥ ਚੋਂ। ਸਾਰੇ ਦਾ ਚੋਰ ਇਕੱਠੇ ਕੀਤੇ ਨੇ, ਉੱਥੇ ਵੀ ਚੋਰ ਬਿਠਾਏ, ਇੱਧਰ ਵੀ ਚੋਰ ਬਿਠਾਏ। ਸਾਰੇ ਚੋਰਾਂ ਨੇ ਤਾਂ ਕਬਜ਼ਾ ਕੀਤਾ ਸ਼੍ਰੋਮਣੀ ਕਮੇਟੀ ਤੇ ਹਰ ਜਗ੍ਹਾ ਦੇ। ਮੈਨੂੰ ਲੱਗਦਾ ਵੀ ਸਾਰੇ ਪੰਥਕ ਧਿਰਾਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੀਆਂ ਪੰਜਾਬ ਦੀਆਂ, ਕੋਈ ਲੱਗਦਾ ਵੀ ਇਨਸਾਫ ਦੀ ਝਲਕ ਦਿਖ ਸਕਦੀ ਹੈ? ਬਿਲਕੁਲ ਦਿਖੇਗੀ। ਪੰਥਕ ਧਿਰਾਂ ਕਿਹੜੀਆਂ ਨੇ? ਕਿਹੜੀਆਂ ਪੰਥਕ ਧਿਰਾਂ? ਪੰਜਾਬ 'ਚ ਹੈਗੀਆਂ ਜੋ ਕਹਿੰਦੇ ਆਮ ਸਿੱਖ ਇਕੱਠਾ ਹੋ ਜਾਏ, ਇਨਸਾਫ ਤੁਹਾਡੇ ਅੱਗੇ ਅੱਗੇ ਫਿਰੇਗਾ। ਆਮ ਸਿੱਖ ਇਕੱਠਾ ਹੋ ਜਾਏ। ਲੀਡ ਕਰਨ ਵਾਲਾ ਵੀ ਚਾਹੀਦਾ ਨਾ ਉਹਨਾਂ ਨੂੰ। ਲੀਡ ਕਰ ਰਹੇ ਨਾ, ਅਸੀਂ ਵੀ ਕਰ ਰਹੇ ਹਾਂ, ਹੋਰ ਵੀ ਕਰ ਰਹੇ ਨੇ ਕਈ। ਮੁੜ ਕੇ ਅਸੀਂ ਵੀ ਇਕੱਠੇ ਹੋਵਾਂਗੇ, ਸਾਰੇ ਇਕੱਠੇ ਹੋਵਾਂਗੇ ਤੇ ਇਨਸਾਫ ਲੈ ਲਾਂਗੇ। ਫਿਰ ਹੋਰ ਲੀਡ ਕਿਵੇਂ ਕਰੀਦਾ? ਦਿਨ ਰਾਤ ਲੱਗੇ ਹੋਏ ਆ, ਜਿੰਨੇ ਕੁ ਜੋਗੇ ਅਸੀਂ ਹੈਗੇ। ਲੋਕਾਂ ਨੇ ਬਾਦਲ ਪਿੱਛੇ ਭੱਜਣਾ ਤੇ ਅਮਰਿੰਦਰ ਪਿੱਛੇ ਭੱਜਣਾ। ਸਾਡੀ ਲੀਡਿੰਗ ਕੀ ਕਰੇਗੀ ਉੱਥੇ? ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿ ਪੰਜਾਬ ਨੂੰ ਮਾਰਨਾ ਜੇ, ਪੰਜਾਬ ਨੂੰ ਖਤਮ ਕਰਨਾ ਜੇ, ਪੰਜਾਬ ਨੂੰ ਨਹਿਰ 'ਚ ਦਰਿਆ 'ਚ ਸੁੱਟਣਾ ਜੇ, ਕਿ ਪੰਜਾਬ ਨੂੰ ਉਸ ਤੋਂ ਬਾਹਰ ਲਿਆਉਣਾ ਜੇ। ਅਜੇ ਸਾਡੇ ਕੋਲ ਬੜੇ ਵੱਡੇ ਖੁਲਾਸੇ ਅਜੇ ਪਏ ਨੇ, ਕਰਾਂਗੇ, ਕੋਈ ਚਿੰਤਾ ਨਹੀਂ। ਸਾਡਾ ਵਿਜ਼ਨ ਪੰਜਾਬ ਦਾ ਕੀ ਅਸੀਂ ਦਿਆਂਗੇ ਜੇ 2 ਮਹੀਨਿਆਂ ਨੂੰ। ਇੱਕ ਆਖਰੀ ਸਵਾਲ ਹੈ, ਜਿਵੇਂ ਮੈਂ ਸ਼ੁਰੂਆਤ ਵਿੱਚ ਗੱਲ ਕਹੀ ਸੀ ਕਿ 1 ਜੂਨ ਤੋਂ ਲੈ ਕੇ ਉਸ ਅਕਤੂਬਰ ਦੇ ਮਹੀਨੇ ਤੱਕ ਲਗਾਤਾਰ ਬੇਅਦਬੀਆਂ ਹੁੰਦੀਆਂ ਰਹੀਆਂ, ਧਾਰਮਿਕ ਪੱਖ ਵੀ ਘਟਨਾਵਾਂ ਹੋਈਆਂ ਨੇ, ਤਾਂ ਇੱਕ ਇੰਨੇ ਘੱਟ ਦਿਨਾਂ ਦੇ ਵਿੱਚ ਇੰਨੀਆਂ ਬੇਅਦਬੀਆਂ ਹੋ ਜਾਣੀਆਂ ਤੇ ਲਗਭਗ 15 ਬੇਅਦਬੀਆਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਉਹਨਾਂ ਵਿੱਚ ਜੋ ਪੱਤਰੇ ਖਿਲਾਰੇ ਗਏ ਨੇ। ਇਹ ਕਿਵੇਂ ਕਿ ਚੀਜ਼ਾਂ ਜੁੜਦੀਆਂ ਨੇ, ਕਿਵੇਂ ਹੋਣ ਲੱਗ ਪਈਆਂ ਉਸ ਸਮੇਂ? ਕੀ ਇਸ ਸਿੱਟਾ ਕੀ ਕੱਢਿਆ ਜਾਣਾ ਚਾਹੀਦਾ ਕਿ ਵਾਕਈ ਲੜਾਉਣਾ ਚਾਹੁੰਦੇ ਸੀ ਇਹ? ਜਿਹੜੀਆਂ ਤੁਸੀਂ ਕਹਿ ਨਾ, ਜਿਹੜੀਆਂ ਬੇਅਦਬੀਆਂ ਹੋਈਆਂ, 22 ਬੇਅਦਬੀਆਂ ਹੋਈਆਂ, ਉਹਦੇ ਪਿੱਛੇ ਇਹ ਸਰਕਾਰ, ਬਾਦਲਾਂ ਦੀ ਸਰਕਾਰ ਸੀ, ਇੰਟੈਲੀਜੈਂਸ ਏਜੰਸੀਆਂ ਸੀ, ਤੁਹਾਡੇ ਟੋਟਲ ਇਹਨਾਂ ਦੀ ਪੁਲਿਸ ਇਨਵੋਲਵ ਸੀਗੀ, ਕਿਉਂਕਿ ਇਹ ਕਿਸੇ ਨੂੰ ਫੜ ਨਹੀਂ ਸਕੇ। ਜੇ ਇਹ ਸਾਡੇ ਹੀ ਸਿੱਖਾਂ ਨੂੰ ਫੜ ਕੇ ਉਹਨਾਂ ਨੂੰ ਟੌਰਚਰ ਕਰਦੇ ਰਹੇ, ਉਹਨਾਂ ਨੂੰ ਜ਼ਬਰਦਸਤੀ ਮਨਾਉਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ 2-2 ਕਰੋੜ ਰੁਪਈਆ ਵੀ ਦੇ, ਤੁਸੀਂ ਮੰਨ ਜੋ ਅਸੀਂ ਕੀਤੀ ਹੈ ਬਾਈਬਲ ਕਲਾਂ ਵਾਲੀ, ਲੇਕਿਨ ਉਹਨਾਂ ਨੇ ਕੁੱਟ ਖਾਧੀ, ਲੇਕਿਨ ਉਹ ਮੰਨੇ ਨਹੀਂ। ਤੇ ਇਹ ਤਾਂ ਇਹਨਾਂ ਦੇ ਕੰਮ ਸੀਗੇ। ਇਹ ਕਲੀਨ ਚਿੱਟ ਦੇਣੀ ਚਾਹੁੰਦੇ ਸੀ ਸਰਸੇ ਸੌਦੇ ਵਾਲੇ ਸਾਧ ਨੂੰ ਕਿ ਦੇਖੋ ਇਹ ਸਾਧ ਦਾ ਕੰਮ ਨਹੀਂ ਹੈ, ਇਹ ਤਾਂ ਇੰਟਰਨੈਸ਼ਨਲ ਕੌਨਸਪੀਰੇਸੀ ਹੈ। ਸਿੱਖਾਂ ਨੂੰ ਹਿੰਦੁਸਤਾਨ ਦੇ ਖਿਲਾਫ ਇੰਟਰਨੈਸ਼ਨਲ ਜਿਹੜੇ ਕੌਨਸਪੀਰੇਟਰ ਨੇ ਉਹ ਖੜਾ ਕਰਨਾ ਚਾਹੁੰਦੇ ਨੇ। ਜੇ ਸਾਡਾ ਗੁਰੂ ਸੇਫ ਨਹੀਂ ਹਿੰਦੁਸਤਾਨ 'ਚ, ਤਾਂ ਅਸੀਂ ਹਿੰਦੁਸਤਾਨ ਦੇ ਨਾਲ ਨਹੀਂ ਹੈਗੇ। ਐਡੀ ਵੱਡੀ ਕੌਨਸਪੀਰੇਸੀ ਸੀ ਇਹ ਬਾਦਲਾਂ ਦੀ। ਤੇ ਉਹ ਥਾਂ ਤੇ ਹਰ ਚੌਥੇ ਦਿਨ ਬੇਅਦਬੀ ਹੋ ਜਾਂਦੀ ਸੀ। ਮੈਂ ਸਰਕਾਰ ਹਾਂ, ਸਾਰਾ ਤੰਤਰ ਮੇਰੇ ਥੱਲੇ ਹੈ, ਬੇਅਦਬੀ ਰੋਜ਼ ਹੀ ਹੋ ਰਹੀ ਹੈ। ਵਾਟ ਨੌਨਸੈਂਸ। ਇਹ ਕਦੀ ਹੋ ਸਕਦਾ? ਹੁਣ ਕਿਉਂ ਨਹੀਂ ਹੋਈਆਂ ਉਸ ਤੋਂ ਬਾਅਦ? ਫਿਰ ਹੁਣ 5 ਸਾਲ ਦੀ ਕਿਉਂ ਨਹੀਂ ਹੋਈ? ਤੋ ਇਮੈਜਿਨ ਕਰ ਲਓ ਵੀ ਦੂਜੇ ਦਿਨ ਗੁਰੂ ਗ੍ਰੰਥ ਸਾਹਿਬ ਚੁਕਾ ਦਿਓ, ਤੀਜੇ ਦਿਨ ਗੁਰੂ ਗ੍ਰੰਥ ਸਾਹਿਬ ਚੁਕਾ ਦਿਓ। ਨੌਨਸੈਂਸ। ਦੇ ਵਰ ਪਲੇਇੰਗ ਵਿਦ ਦ ਸੈਂਟੀਮੈਂਟ ਆਫ ਦ ਸਿੱਖਸ। ਅੱਜ ਜੋ ਜੱਜਮੈਂਟ ਦੀ ਕਾਪੀ ਆਈ ਸੀ ਕੋਟਕਪੂਰਾ ਵਿੱਚ, ਉਹ ਵੀ ਸਾੜ ਦਿੱਤੀ ਗਈ ਹੈ, ਪਰ ਸਵਾਲ ਫਿਰ ਇਹੋ ਹੀ ਹੈ ਕਿ ਇਨਸਾਫ ਮਿਲੂਗਾ? ਕਿਉਂਕਿ ਸਿਸਟਮ ਆਪਣਾ ਇੱਕ ਸਹੀ ਕੰਮ ਕਰ ਰਿਹਾ ਕਿ ਜਾਂਚ ਸਹੀ ਹੋਈ ਹੈ ਕਿ ਅਸੀਂ ਵੋਟਾਂ ਨੂੰ ਲੈ ਕੇ ਹੀ ਇਸ ਬੇਅਦਬੀ ਦੀ ਘਟਨਾਵਾਂ ਨੂੰ ਦੇਖਿਆ ਜਾਊਗਾ ਕਿ ਵਾਕਈ ਹੀ ਕਿਤੇ ਨਾ ਕਿਤੇ ਸਿਆਸਤ ਵਿੱਚ ਇਨਵੋਲਵ ਸੀ, ਉਹਨਾਂ ਨੇ ਇਨਸਾਫ ਕਿਉਂ ਨਹੀਂ ਹੋਣ ਦਿੱਤਾ? ਗੌਰ ਕਰਨ ਦੀ ਗੱਲ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ, ਕਿਤੇ ਇਨਸਾਫ ਮਿਲੂਗਾ ਕਿ ਸਾਨੂੰ ਵੋਟਾਂ ਦੇ ਵਾਸਤੇ ਸਿਆਸਤ ਦੇ ਲੋਕ ਹਮੇਸ਼ਾ ਹੀ ਧਾਰਮਿਕ ਮੁੱਦਿਆਂ ਨੂੰ ਛੇੜਦੇ ਰਹਿਣਗੇ ਤੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੜਾਉਂਦੇ ਰਹਿਣਗੇ? ਤਾਂ ਸੁਚੇਤ ਰਹੋ, ਪੰਜਾਬ ਨਿਊਜ਼ ਨਾਲ ਜੁੜੇ ਰਹੋ। ਪਲ ਪਲ ਦੀ ਖਬਰ ਤੁਹਾਨੂੰ ਅਸੀਂ ਦਿੰਦੇ ਰਹਾਂਗੇ। ਪੇਜ ਨੂੰ ਲਾਈਕ ਕਰ ਦੇਣਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।